ਹਾਂਜੀ। ਤੇ ਸਾਰੇ ਸਾਥੀਆਂ ਦਾ ਧੰਨਵਾਦ ਅੱਜ ਦੇ ਸੈਸ਼ਨ ਦੇ ਲਈ। ਅੱਜ ਅਸੀਂ ਜਿਹੜਾ ਚੈਪਟਰ ਨੰਬਰ ਤੀਸਰਾ ਹੈਗਾ ਆ ਉਹ ਸ਼ੁਰੂ ਕਰ ਰਹੇ ਹੈਗੇ ਆ, ਤੇ ਇਹਨੂੰ ਅਸੀਂ ਦੋ ਭਾਗਾਂ 'ਚ ਵੰਡਾਂਗੇ। ਵੱਡਾ ਚੈਪਟਰ ਹੈਗਾ ਆ, ਤੇ ਕੁਛ ਇਸ ਹਫਤੇ ਕਰਾਂਗੇ, ਕੁਛ ਨੈਕਸਟ ਵੀਕ ਕਰਾਂਗੇ। ਤੇ ਪਹਿਲਾ ਪਾਰਟ ਜਿਹੜਾ ਚੈਪਟਰ ਦਾ ਹੈਗਾ ਆ ਉਹ ਮੈਂ ਕਵਰ ਕਰਾਂਗਾ, ਸੈਕਿੰਡ ਪਾਰਟ ਜਿਹੜਾ ਹੈਗਾ ਉਹ ਡਾਕਟਰ ਸਾਹਿਬ ਕਵਰ ਕਰਨਗੇ। ਤੇ ਚੈਪਟਰ ਦਾ ਨਾਮ ਜਿਹੜਾ ਹੈਗਾ ਆ ਇਹਦਾ ਨਾਮ ਹੈਗਾ ਆ ਅਮੀਨ ਡੀਲ, ਭਾਵ ਕਿ ਇੱਕ ਨੀਚ ਸੌਦਾ। ਇਹ ਨੀਚ ਸੌਦਾ ਕੀ ਹੈਗਾ ਆ? ਜਿਵੇਂ ਕਿ ਸਾਨੂੰ ਪਤਾ ਕਿ ਅਸੀਂ ਵੋਲਿਊਮ ਜਿਹੜਾ 9 ਹੈਗਾ ਆ, ਵਾਟ ਦਾ ਕਾਂਗਰਸ ਐਂਡ ਗਾਂਧੀ ਹੈਵ ਡਨ ਟੂ ਦਾ ਅਨਟਚੇਬਲਸ, ਇਹ ਇੱਕ ਭਾਗ ਆ ਵੋਲਿਊਮ 9 ਦਾ। ਤੇ ਦੂਸਰਾ ਭਾਗ ਜਿਹੜਾ ਹੈਗਾ ਆ ਮਿਸਟਰ ਗਾਂਧੀ ਐਂਡ ਦਾ ਐਮੈਂਸੀਪੇਸ਼ਨ ਆਫ ਦਾ ਅਨਟਚੇਬਲਸ। ਤੇ ਉਹ ਜਿਹੜਾ ਪਹਿਲਾ ਭਾਗ ਹੈਗਾ ਕਿ ਕਾਂਗਰਸ ਨੇ ਅਤੇ ਗਾਂਧੀ ਨੇ ਅਛੂਤਾਂ ਦੇ ਲਈ ਕੀ ਕੀਤਾ, ਉਹਦਾ ਅਸੀਂ ਜਿਹੜਾ ਚੈਪਟਰ ਤੀਸਰਾ ਜਿਹੜਾ ਆ ਇੱਕ ਨੀਚ ਸੌਦਾ ਕਰਕੇ ਇੱਕ ਚੈਪਟਰ ਦਾ ਨਾਮ ਬਣਾਇਆ ਗਿਆ, ਤੇ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਇਹਦੇ ਵਿੱਚ ਜਿਹੜੇ ਸਾਡੇ ਸਾਥੀ ਨਵੇਂ ਜੁੜੇ ਆ ਉਹਨਾਂ ਨੂੰ ਪਤਾ ਲੱਗਣਾ ਹੈਗਾ ਕਿ ਰਾਊਂਡ ਟੇਬਲ ਕਾਨਫਰੰਸਾਂ ਕੀ ਸੀ, ਬਾਬਾ ਸਾਹਿਬ ਕਿੱਦਾਂ ਉੱਥੇ ਗਏ ਸੀ, ਕਿਹੜੇ ਕਿਹੜੇ ਬੰਦੇ ਗਏ ਸੀ, ਸਰਕਾਰ ਦੀਆਂ ਕੀ ਮੰਗਾਂ ਸੀ, ਕਿਹੜੀਆਂ ਕਿਹੜੀਆਂ ਮਾਈਨੋਰਿਟੀਜ਼ ਦੀ ਗੱਲ ਕੀਤੀ ਗਈ ਆ। ਹੋਰ ਅਸੀਂ ਇਹ ਦੇਖਣਾ ਹੈਗਾ ਕਿ ਬਾਬਾ ਸਾਹਿਬ ਦੇ ਵਿਰੋਧ ਦੇ ਵਿੱਚ ਕੌਣ ਖੜੇ ਸੀ, ਅਛੂਤਾਂ ਦੇ ਵਿਰੋਧ ਦੇ ਵਿੱਚ ਕੌਣ ਖੜੇ ਸੀ। ਜਿਹੜਾ ਸਪੈਸ਼ਲੀ ਡਾਕਟਰ ਸਾਹਿਬ ਦਾ ਪਾਰਟ ਹੈਗਾ ਆ ਉਹ ਗਾਂਧੀ ਨੂੰ ਲੈ ਕੇ ਆ ਤੇ ਉਹਦੀਆਂ ਧਮਕੀਆਂ ਨੂੰ ਲੈ ਕੇ ਆ। ਉਹ ਅਸੀਂ ਵੋਲਿਊਮ ਸੈਕਿੰਡ ਦੇ ਵਿੱਚ ਵੀ ਇਹ ਸਾਰਾ ਅਸੀਂ ਕਵਰ ਕੀਤਾ ਸੀਗਾ, ਤੇ ਇਹ ਦੁਬਾਰਾ ਰਿਵਾਈਜ਼ ਹੋ ਜਾਣਾ ਸਾਡੇ ਲਈ। ਤੇ ਇਹਦੇ ਵਿੱਚ ਜਦੋਂ ਚੈਪਟਰ ਸ਼ੁਰੂ ਹੁੰਦਾ ਹੈਗਾ ਆ, ਇਹਦਾ ਪਹਿਲਾ ਪਾਰਟ ਜਿਹੜਾ ਦਾ ਨਾਮ ਦਿੱਤਾ ਗਿਆ ਹੈਗਾ ਕਿ ਕਾਂਗਰਸ ਨੇ ਸੱਤਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ। ਤੇ ਇਹਦੇ ਵਿੱਚ ਦੱਸਿਆ ਗਿਆ, ਬਾਬਾ ਸਾਹਿਬ ਇਸ ਚੈਪਟਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇੱਕ ਰਾਇਲ ਕਮਿਸ਼ਨ ਸੀਗਾ। ਕੀ ਰਾਇਲ ਕਮਿਸ਼ਨ ਇਹ ਹੈਗਾ ਕੀ ਸੀਗਾ? ਬਾਬਾ ਸਾਹਿਬ ਜਿੱਦਾਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਹਰ 10 ਸਾਲ ਬਾਅਦ ਇੱਕ ਰੀਫਾਰਮ ਹੁੰਦਾ ਸੀਗਾ, ਇੱਕ ਕਮਿਸ਼ਨ ਆਉਂਦਾ ਸੀ ਭਾਰਤ ਦੇ ਵਿੱਚ। ਤੇ ਇਦਾਂ ਹੀ ਇੱਕ ਗਵਰਨਮੈਂਟ ਆਫ ਇੰਡੀਆ ਐਕਟ ਸੀਗਾ 1919 ਦਾ, ਤੇ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਕੀਤਾ ਗਿਆ ਸੀਗਾ। ਉਹਦੇ ਵਿੱਚ ਪ੍ਰੋਵੀਜ਼ਨ ਕੀਤਾ ਗਿਆ ਸੀਗਾ ਕਿ ਜਿਹੜੀ ਸਰਕਾਰ ਹੈਗੀ ਆ, ਬ੍ਰਿਟਿਸ਼ ਸਰਕਾਰ ਹੈਗੀ ਆ, ਉਹ ਹਰ 10 ਸਾਲ ਬਾਅਦ ਇੱਕ 10 ਸਾਲ ਖਤਮ ਹੋਣ ਤੇ ਉਹ ਇੱਕ ਕਮਿਸ਼ਨ ਬਣਾਉਂਗੀ। ਉਸ ਕਮਿਸ਼ਨ ਦਾ ਜਿਹੜਾ ਨਾਮ ਸੀਗਾ ਉਹ ਰਾਇਲ ਕਮਿਸ਼ਨ ਸੀਗਾ, ਤੇ ਜਿਹੜਾ ਕਿ 1928 ਦੇ ਵਿੱਚ ਬਣਿਆ ਸੀਗਾ। ਤੇ ਉਹਦਾ ਕੰਮ ਕੀ ਸੀਗਾ? ਭਾਰਤ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਰਨਾ ਸੀਗਾ ਕਿ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਬਣਾਇਆ ਗਿਆ, ਜਿਹੜਾ ਗੋਰਿਆਂ ਵੱਲੋਂ ਬਣਾਇਆ ਗਿਆ ਸੀ 1919 ਦਾ, ਉਹ ਕੀ ਠੀਕ ਕੰਮ ਕਰ ਰਿਹਾ ਹੈਗਾ ਆ, ਕੀ ਉਹਦੇ ਵਿੱਚ ਕੁਝ ਚੇਂਜਸ ਕਰਨ ਦੀਆਂ ਤਾਂ ਨਹੀਂ ਲੋੜ ਹੈਗੀਆਂ। ਜੇ ਲੋੜਾਂ ਹੈਗੀਆਂ ਆ ਤੇ ਉਹਦੀ ਰਿਪੋਰਟ ਤਿਆਰ ਕੀਤੀ ਜਾਵੇ। ਉਹ ਰਿਪੋਰਟ ਜਿਹੜੀ ਆ ਉਹ ਜਿਹੜਾ ਕਮਿਸ਼ਨ ਹੈਗਾ ਆ ਉਹ ਸਾਨੂੰ ਸਬਮਿਟ ਕਰਾਵੇ, ਤਾਂ ਕਿ ਉਹਨਾਂ ਸੋ ਉਸ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਉਹ ਕਮਿਸ਼ਨ ਜਿਹੜਾ ਆ ਉਹ ਬ੍ਰਿਟਿਸ਼ ਗਵਰਨਮੈਂਟ ਨੂੰ ਦੇਵੇ। ਸੋ ਇਸੇ ਚੀਜ਼ ਨੂੰ ਫੋਲੋ ਕਰਦੇ ਹੋਏ ਜਿਹੜਾ ਇੱਕ ਮਤਾ ਪਾਇਆ ਗਿਆ ਸੀ, ਜਾਂ ਜੋ ਇੱਕ ਲਾਅ ਬਣਾਇਆ ਗਿਆ ਸੀ 1928 ਦੇ ਵਿੱਚ, ਰਾਇਲ ਕਮਿਸ਼ਨ, ਜਿਹਨੂੰ ਅਸੀਂ ਆਪਾਂ ਬੇਸਿਕਲੀ ਚੇਅਰਮੈਨ ਜਿਹਦਾ ਸਰ ਜੌਨ ਸਾਈਮਨ ਸੀਗਾ, ਸਾਈਮਨ ਕਮਿਸ਼ਨ ਵੀ ਬੇਸਿਕਲੀ ਆਪਾਂ ਉਹਨਾਂ ਨੂੰ ਕਹਿੰਦੇ ਆ, ਕਿ ਉਹ ਭਾਰਤ ਦੇ ਵਿੱਚ ਆਇਆ ਸੀ। ਉਹਦਾ ਕੰਮ ਕੀ ਸੀਗਾ? ਉਹਦਾ ਕੰਮ ਸੀਗਾ ਕਿ ਉਹਨੇ ਆ ਕੇ ਭਾਰਤ ਦੇ ਜਿੰਨੇ ਵੀ ਸੂਬੇ ਸੀਗੇ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਜਿਹੜੇ ਆਉਂਦੇ ਸੀਗੇ, ਜਿਨ੍ਹਾਂ ਨੂੰ ਬ੍ਰਿਟਿਸ਼ ਇੰਡੀਆ ਕਿਹਾ ਜਾਂਦਾ ਸੀਗਾ ਉਸ ਵੇਲੇ, ਤੇ ਉਹਨਾਂ ਨੇ ਆ ਕੇ ਉੱਥੇ ਜਾਇਜ਼ਾ ਲੈਣਾ ਸੀਗਾ ਕਿ ਉੱਥੇ ਦੇ ਲੋਕ ਕਿੱਦਾਂ ਆ, ਉੱਥੇ ਦੇ ਉਹ ਕੰਮ ਜਿਹੜਾ ਸਾਡਾ ਕਨਸਟੀਟਿਊਸ਼ਨ ਜਿਹੜਾ ਬਣਾਇਆ ਹੈਗਾ ਆ ਉਹ ਠੀਕ ਕੰਮ ਕਰ ਰਿਹਾ ਹੈਗਾ, ਉੱਥੇ ਦੇ ਹਾਲਾਤਾਂ ਨੂੰ ਲੈ ਕੇ। ਜੇਕਰ ਹਾਲਾਤ ਸਹੀ ਨਹੀਂ ਹੈਗੇ ਤੇ ਉਹਨੂੰ ਅਸੀਂ ਚੇਂਜ ਕਰੀਏ। ਤੇ ਇੰਡੀਆ ਦੇ ਜਿਹੜੇ ਉਸ ਵੇਲੇ ਲੋਕ ਸੀ, ਮੋਸਟਲੀ ਕਾਂਗਰਸੀ ਸੀ ਜਿਹੜੇ, ਉਹ ਇਹ ਸੋਚ ਰਹੇ ਸੀ ਵੀ ਜਿਹੜਾ ਇਹ ਕਮਿਸ਼ਨ 1928 ਦਾ ਬਣਨਾ ਹੈਗਾ ਆ ਉਹਦੇ ਵਿੱਚ ਸਾਰੇ ਜਿੱਦਾਂ ਮਿਕਸ ਹੋਣੇ ਆ, ਵਿੱਚ ਗੋਰੇ ਪਾਰਲੀਮੈਂਟਰੀ ਜਿਹੜੇ ਗੋਰੇ ਸੀਗੇ ਉਹ ਮਿਕਸ ਹੋਣਗੇ, ਤੇ ਜਾਂ ਫਿਰ ਇੰਡੀਅਨ ਵੀ ਵਿੱਚ ਮਿਕਸ ਹੋਣਗੇ। ਪਰ ਜਿਹੜਾ ਲਾਰਡ ਜਿਹੜਾ ਇੰਡੀਆ ਦਾ ਉਸ ਵੇਲੇ ਸੈਕਟਰੀ ਆਫ ਸਟੇਟ ਸੀਗਾ, ਉਹਦਾ ਨਾਮ ਸੀਗਾ ਲਾਰਡ ਬਿਰਕਨਹੈਡ, ਉਹਨੇ ਇਹ ਅਪੋਜ਼ ਕੀਤਾ, ਇਹਦਾ ਵਿਰੋਧ ਕੀਤਾ ਵੀ ਕੋਈ ਵੀ ਇੰਡੀਅਨ ਬੰਦਾ ਜਿਹੜਾ ਹੈਗਾ ਆ ਉਹ ਇਸ ਕਮਿਸ਼ਨ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਕਮਿਸ਼ਨ ਹੈਗਾ ਆ ਉਹ ਸਿਰਫ ਤੇ ਸਿਰਫ ਜਿਹੜੀ ਪਾਰਲੀਮੈਂਟਰੀ ਕਮਿਸ਼ਨ ਆ ਉਹਦੇ ਬੰਦੇ ਹੋਣੇ ਚਾਹੀਦੇ ਆ, ਜਿਹੜੇ ਹਾਊਸ ਆਫ ਕਾਮਨ, ਜਿਹਦੀ ਇੰਗਲੈਂਡ ਦੀ ਪਾਰਲੀਮੈਂਟ ਆ, ਉਹਦੇ ਬੰਦੇ ਹੀ ਇਹਦੇ ਵਿੱਚ ਹੋਣੇ ਚਾਹੀਦੇ ਆ। ਤੇ ਕਾਂਗਰਸ ਨੇ ਇਸ ਚੀਜ਼ ਦੇਖੇ, ਕਾਂਗਰਸ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਤੇ ਆਜ਼ਾਦ ਜਿਹੜੇ ਬੰਦੇ ਖੜੇ ਹੁੰਦੇ ਸੀ ਜਾਂ ਆਜ਼ਾਦ ਬੰਦੇ ਸੀ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਤੁਸੀਂ ਕੋਈ ਵੀ ਜਿਹੜਾ ਇੰਡੀਆ ਦਾ ਜਿਹੜਾ ਬੰਦਾ ਹੈਗਾ ਆ ਉਹਨੂੰ ਤੁਸੀਂ ਇਹਦੇ ਵਿੱਚ ਇਨਵੋਲਵ ਨਹੀਂ ਕਰ ਪਾ ਰਹੇ ਕੀਤਾ ਹੈਗਾ ਕਮਿਸ਼ਨ ਦੇ ਵਿੱਚ। ਤੇ ਫਿਰ ਕੀ ਹੋਇਆ? ਇਹਨਾਂ ਨੇ ਉਸ ਕਮਿਸ਼ਨ ਦਾ ਬਾਈਕਾਟ ਕੀਤਾ, ਪੂਰੇ ਭਾਰਤ ਦੇ ਵਿੱਚ ਐਜੀਟੇਸ਼ਨ ਹੋਣੀ ਸ਼ੁਰੂ ਹੋ ਗਈ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਫਿਰ ਜਿਹੜਾ ਬ੍ਰਿਟਿਸ਼ ਗਵਰਨਮੈਂਟ ਹੈਗੀ ਆ ਉਹਨੇ ਕਿਹਾ ਵੀ ਤੁਸੀਂ ਇਦਾਂ ਕਰੋ ਵੀ ਕਮਿਸ਼ਨ ਦੇ ਨਾਲ ਤੁਸੀਂ ਮਤਲਬ ਕਿ ਉਹਨਾਂ ਨੂੰ ਕੰਮ ਕਰਨ ਦਿਓ ਕਮਿਸ਼ਨ ਨੂੰ, ਤੇ ਜਦੋਂ ਕਮਿਸ਼ਨ ਨੇ ਕੰਮ ਕਰ ਲੈਣਾ ਹੈਗਾ ਆ
ਤੇ ਜਦੋਂ ਉਹਨਾਂ ਦਾ ਕੰਮ ਕੰਪਲੀਟ ਹੋ ਗਿਆ, ਫਿਰ ਅਸੀਂ ਤੁਹਾਨੂੰ ਨਵੇਂ ਕਨਸਟੀਟਿਊਸ਼ਨ ਜਿਹੜਾ ਅਸੀਂ ਭਾਰਤ ਨੂੰ ਦੇ ਰਹੇ ਹੈਗੇ ਆ, ਜਿਹੜਾ ਕਿ 1935 ਐਕਟ ਬਣਿਆ ਸੀ 1935 ਦੇ ਵਿੱਚ, ਜਿਹੜਾ ਆਇਆ ਸੀਗਾ, ਜਿਹਦੇ ਪਿੱਛੇ ਰਾਊਂਡ ਟੇਬਲ ਕਾਨਫਰੰਸਾਂ ਹੈਗੀਆਂ ਆ, ਤੇ ਉਹ ਰਾਊਂਡ ਟੇਬਲ ਕਾਨਫਰੰਸਾਂ ਜਿਹੜੀਆਂ 3 ਬਾਬਾ ਸਾਹਿਬ ਨੇ ਅਟੈਂਡ ਕੀਤੀਆਂ। ਸੋ ਉਹਦੀ ਗੱਲ ਚੱਲ ਰਹੀ ਆ ਵੀ ਤੁਸੀਂ ਸਾਨੂੰ ਮੌਕਾ ਦਿਓ, ਸਾਨੂੰ ਕੰਮ ਕੰਪਲੀਟ ਕਰ ਲੈਣ ਦਿਓ ਕਮਿਸ਼ਨ ਨੂੰ, ਫਿਰ ਤੁਹਾਨੂੰ ਅਸੀਂ ਰਾਊਂਡ ਟੇਬਲ ਕਾਨਫਰੰਸ ਤੇ ਸੱਦਾਂਗੇ, ਤੇ ਤੁਸੀਂ ਉੱਥੇ ਆ ਕੇ ਜਿਹੜਾ ਭਾਰਤ ਦਾ ਨਵਾਂ ਸੰਵਿਧਾਨ ਹੋਣਾ ਉਹਦੇ ਵਿੱਚ ਤੁਸੀਂ ਉਹਨੂੰ ਚੇਂਜ ਕਰ ਸਕਦੇ ਆ, ਉਹਦੇ ਵਿੱਚ ਤੁਸੀਂ ਆਪਣਾ ਸਲਾਹ ਮਸ਼ਵਰਾ ਕਿੱਦਾਂ ਦਾ ਤੁਸੀਂ ਚੇਂਜ ਚਾਹੁੰਦੇ ਆ ਉਹ ਤੁਸੀਂ ਕਰ ਸਕਦੇ ਆ। ਫਿਰ ਕਹਿੰਦੇ ਹੈਗੇ ਆ ਕਿ ਜਿਹੜਾ ਇਹ ਸਮਝੌਤਾ ਤੈਅ ਪਾਇਆ ਸੀਗਾ, ਉਹਦੇ ਤਹਿਤ ਜਿਹੜੇ ਇੰਡੀਆ ਦੇ ਨੁਮਾਇੰਦੇ ਸੀ ਉਹਨਾਂ ਨੂੰ ਲੰਡਨ ਦੇ ਵਿੱਚ ਰਾਊਂਡ ਟੇਬਲ ਕਾਨਫਰੰਸ ਦੇ ਲਈ ਸੱਦਿਆ ਗਿਆ। ਹੁਣ ਰਾਊਂਡ ਟੇਬਲ ਕਾਨਫਰੰਸ ਦੇ ਲਈ ਸੱਦਿਆ ਗਿਆ, ਕਦੋਂ ਸੱਦਿਆ ਗਿਆ? ਕਹਿੰਦੇ ਪਹਿਲੀ ਰਾਊਂਡ ਟੇਬਲ ਕਾਨਫਰੰਸ ਜਿਹੜੀ ਆ ਉਹ 12 ਨਵੰਬਰ 1930 ਨੂੰ ਹੁੰਦੀ ਆ, ਤੇ ਉਹਦਾ ਜਿਹੜਾ ਆਗਾਜ਼ ਆ ਉਹ ਕੌਣ ਕਰਦਾ ਆ? ਉਹ ਮੈਜੈਸਟੀ ਜਿਹੜਾ ਕਿੰਗ ਜਾਰਜ 4 ਕਰਦਾ ਆ, ਤੇ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੀ ਜਿਹੜਾ ਆਗਾਜ਼ ਕਰਦਾ ਆ। ਤੇ ਉਸ ਤੋਂ ਬਾਅਦ ਉਹ ਦੱਸਦੇ ਹੈਗੇ ਆ ਕਿ ਇਹਦਾ ਬਹੁਤ ਮਹਾਨ ਮਹੱਤਵ ਸੀਗਾ ਇਸ ਰਾਊਂਡ ਟੇਬਲ ਕਾਨਫਰੰਸ ਦਾ। ਕਿੱਦਾਂ ਮਹੱਤਵ ਸੀਗਾ? ਕਹਿੰਦੇ ਵੀ ਇਹਦਾ ਮਹੱਤਵ ਇਸ ਕਰਕੇ ਸੀਗਾ ਕਿ ਇਹ ਇੰਡੀਆ ਦੇ ਜਿਹੜੇ ਵਸਿੰਦੇ ਸੀਗੇ, ਜਿਹੜੇ ਇੰਡੀਆ ਦੇ ਲੋਕ ਸੀ, ਉਹਨਾਂ ਨੂੰ ਇਹ ਮੌਕਾ ਮਿਲ ਰਿਹਾ ਸੀ, ਉਹਨਾਂ ਨੂੰ ਇਹ ਅਧਿਕਾਰ ਮਿਲ ਰਿਹਾ ਸੀਗਾ ਕਿ ਜਿਹੜਾ ਉਹਨਾਂ ਦੇ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਲਾਗੂ ਹੋਣਾ ਆ, ਉਹਨਾਂ ਦੇ ਵਿੱਚ ਉਹਨਾਂ ਦੀ ਵੀ ਸਲਾਹ ਮਸ਼ਵਰਾ ਲਿਆ ਜਾਣਾ ਹੈਗਾ ਆ। ਇਸ ਕਰਕੇ ਉਹਨਾਂ ਨੂੰ ਉਸ ਤਰੀਕੇ ਨਾਲ ਉਹ ਘੜ ਸਕਦੇ ਆ ਜਿੱਦਾਂ ਉਹ ਭਾਰਤ ਦੇ ਹਾਲਾਤਾਂ ਦੇ ਅਕੋਰਡਿੰਗਲੀ, ਸਿਚੁਏਸ਼ਨ ਦੇ ਅਕੋਰਡਿੰਗਲੀ ਫਿੱਟ ਬੈਠਦਾ। ਸੋ ਇੱਕ ਬਹੁਤ ਅਹਿਮ ਮੌਕਾ ਸੀਗਾ। ਹੁਣ ਇਹ ਤਾਂ ਸੀ ਅਪਰ ਕਾਸਟ ਲੋਕਾਂ ਲਈ। ਇਹ ਕਹਿੰਦੇ ਵੀ ਅਛੂਤਾਂ ਦੇ ਲਈ ਇੱਕ ਬਹੁਤ ਇਤਿਹਾਸਿਕ ਚਿੰਨ੍ਹ ਦੀ ਤਰ੍ਹਾਂ ਸੀਗਾ, ਬਹੁਤ ਵੱਡਾ ਲੈਂਡਮਾਰਕ ਸੀ ਅਛੂਤਾਂ ਦੀ ਹਿਸਟਰੀ ਦੇ ਵਿੱਚ, ਕਿਉਂਕਿ ਅਛੂਤਾਂ ਦੇ ਵਿੱਚੋਂ ਵੀ ਕਦੀ ਵੀ ਕੋਈ ਬੰਦਾ ਇਨਵੋਲਵ ਨਹੀਂ ਹੋਇਆ ਭਾਰਤ ਦੇ ਕਨਸਟੀਟਿਊਸ਼ਨ ਨੂੰ ਘੜਨ ਦੇ ਲਈ। ਦੇਖੋ ਉਸ ਵੇਲੇ ਕੀ ਹੁੰਦਾ ਸੀਗਾ, ਨੋਮੀਨੇਸ਼ਨ ਦੇ ਉੱਤੇ ਬੰਦੇ ਰੱਖੇ ਜਾਂਦੇ ਸੀਗੇ, ਭਾਵ ਕਿ ਅਛੂਤਾਂ ਦੀ ਨੁਮਾਇੰਦਗੀ ਕਰਨ ਦੇ ਲਈ 2 ਨੋਮੀਨੇਸ਼ਨਾਂ ਦੇ 2 ਬੰਦੇ ਹੁੰਦੇ ਸੀਗੇ ਵੀ ਉਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ, ਉਹ ਵੀ ਸਰਕਾਰੀ ਜਿਹੜੇ ਉੱਪਰ ਕਾਸਟਾਂ ਦੇ ਪਿੱਛੋਂ ਹੀ ਹੁੰਦੇ ਸੀਗੇ, ਤੇ ਉਹ ਵੋਟਾਂ ਤੇ ਖੜੇ ਨਹੀਂ ਹੋ ਸਕਦੇ ਸੀ, ਵੋਟਾਂ ਦਾ ਅਧਿਕਾਰ ਨਹੀਂ ਸੀ ਕਿਸੇ ਨੂੰ। ਇਹ ਸਾਰਾ ਕੁਝ ਚੱਲ ਰਿਹਾ ਸੀ ਉਸ ਵੇਲੇ। ਉਸ ਵੇਲੇ ਅਛੂਤਾਂ ਦੇ ਲਈ ਇੱਕ ਇਦਾਂ ਦਾ ਮੌਕਾ, ਸੁਨਹਿਰੀ ਮੌਕਾ ਸੀ ਅਛੂਤਾਂ ਨੂੰ ਕਿ ਤੁਸੀਂ ਸੰਵਿਧਾਨ ਦੇ ਬਣਨ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਰਹੇ ਆ, ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਦੁਖਾਂਤ ਆ, ਤੁਸੀਂ ਸ਼ੋਸ਼ਿਤ ਸਮਾਜ ਜਿਹੜਾ ਕਿੱਦਾਂ ਸ਼ੋਸ਼ਿਤ ਆ, ਉਹਨੂੰ ਆਪਣੇ ਅਕੋਰਡਿੰਗਲੀ ਸੰਵਿਧਾਨ ਨੂੰ ਗਠਿਤ ਕਰਨ ਦੇ ਲਈ ਤੁਸੀਂ ਸਰਕਾਰ ਦੇ ਮੂਹਰੇ ਆਪਣੇ ਦਾਅਵੇ ਰੱਖ ਸਕਦੇ ਆ। ਇਦਾਂ ਦੀ ਚੀਜ਼ ਦਾ ਮੌਕਾ ਅਛੂਤਾਂ ਨੂੰ ਮਿਲਿਆ। ਬਾਬਾ ਸਾਹਿਬ ਕਹਿੰਦੇ ਆ ਵੀ ਅਛੂਤਾਂ ਦੇ ਵੱਲੋਂ 2 ਨੁਮਾਇੰਦੇ ਲੰਡਨ ਦੇ ਵਿੱਚ ਨਵੰਬਰ ਦੇ ਮਹੀਨੇ ਪਹੁੰਚਦੇ ਆ। ਬਾਬਾ ਸਾਹਿਬ ਕਹਿੰਦੇ ਵੀ ਇੱਕ ਤਾਂ ਮੈਂ ਸੀ, ਇੱਕ ਦੀਵਾਨ ਬਹਾਦਰ ਆਰ ਸ੍ਰੀਨਿਵਾਸਨ। ਸੋ ਆਪਾਂ ਜਿਹਨਾਂ ਨੇ ਪਹਿਲਾਂ ਲੈਕਚਰ ਅਟੈਂਡ ਕੀਤਾ ਉਹਨਾਂ ਨੂੰ ਪਤਾ ਵੀ 2 ਬੰਦੇ, ਯਾਦ ਰੱਖਣ ਵਾਲੀ ਗੱਲ ਹੈ, 2 ਬੰਦੇ ਸਾਨੂੰ ਅਛੂਤਾਂ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ 2 ਬੰਦੇ ਗਏ ਸੀ ਪਹਿਲੀ ਵਾਰੀ ਇਤਿਹਾਸ ਦੇ ਵਿੱਚ, ਡਾਕਟਰ BR ਅੰਬੇਡਕਰ ਤੇ ਦੂਸਰੇ ਸੀ ਦੀਵਾਨ ਬਹਾਦਰ ਆਰ ਸ੍ਰੀਨਿਵਾਸਨ। ਫਿਰ ਕਹਿੰਦੇ ਹੈਗੇ ਕਿ ਹੁਣ ਕਮੇਟੀਆਂ ਕਿੱਦਾਂ ਦੀਆਂ ਸੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ? ਕਹਿੰਦੇ ਰਾਊਂਡ ਟੇਬਲ ਕਾਨਫਰੰਸ ਜਿਹੜੀ ਸੀ ਉਹਦੇ ਵਿੱਚ 9 ਤਰ੍ਹਾਂ ਦੀਆਂ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ। ਉਹਦੇ ਵਿੱਚੋਂ ਜਿਹੜੀ ਇੱਕ ਮੇਨ ਕਮੇਟੀ ਸੀ ਉਹਨੂੰ ਮਾਈਨੋਰਿਟੀ ਕਮੇਟੀ ਕਿਹਾ ਜਾਂਦਾ ਸੀਗਾ, ਤੇ ਉਹਦਾ ਕੰਮ ਇਹ ਸੀਗਾ ਕਿ ਜਿਹੜੀਆਂ ਭਾਰਤ ਦੀਆਂ ਫਿਰਕੂ ਸਵਾਲ ਹੈਗੇ ਆ, ਭਾਵ ਕਿ ਉਦੋਂ ਜਿਹੜੀਆਂ ਮਾਈਨੋਰਿਟੀ ਸੀਗੀਆਂ, ਮੁਸਲਮਾਨ, ਸਿੱਖ, ਕ੍ਰਿਸਚਨ, ਐਂਗਲੋ ਇੰਡੀਅਨਸ ਤੇ ਆਪਣੇ ਅਛੂਤ ਅਨਟੱਚੇਬਲਸ, ਇਹਨਾਂ ਦਾ ਜਿਹੜਾ ਕਾਮਨ ਪੁਆਇੰਟ ਤੇ ਇਕੱਠੇ ਹੋਣ ਦਾ ਜਿਹੜਾ ਇਹਨਾਂ ਦਾ, ਇਹ ਇਕੱਠੇ ਨਹੀਂ ਸੀ ਹੋ ਰਿਹਾ। ਇਹਨਾਂ ਦਾ ਸੀਟਾਂ ਦਾ ਰੌਲਾ ਸੀ ਵੀ ਸਾਨੂੰ ਇੰਨੀ ਰੀਪ੍ਰੈਜ਼ੈਂਟੇਸ਼ਨ ਚਾਹੀਦੀ ਹੈ, ਦੂਸਰੇ ਕਹਿੰਦੇ ਸਾਨੂੰ ਸੈਪਰੇਟ ਇਲੈਕਟੋਰੇਟ ਚਾਹੀਦੀ ਆ, ਦੂਸਰੇ ਕਹਿੰਦੇ ਸਾਨੂੰ ਜੁਆਇੰਟ ਚਾਹੀਦੀ ਆ। ਸੋ ਇਹ ਸਾਰਾ ਜਿਹੜਾ ਇਹਨਾਂ ਦਾ ਮਤਲਬ ਕਿ ਆਪਸੀ ਜਿਹੜਾ ਇਹਨਾਂ ਦਾ ਕਮਿਊਨਲ ਪ੍ਰੋਬਲਮ ਚੱਲਦੀ ਸੀ, ਇਹ ਉੱਥੇ ਉਹ ਜਿਹੜੀ ਕਮੇਟੀ ਮਾਈਨੋਰਿਟੀ ਕਮੇਟੀ ਸੀ, ਇਹਨੇ ਇਹਨਾਂ ਮਸਲਿਆਂ ਦੇ ਉੱਤੇ ਹੱਲ ਕੱਢਣੇ ਸੀ ਵੀ ਕਿਹੜੀ ਮਾਈਨੋਰਿਟੀ ਨੂੰ ਕਿੰਨੀਆਂ ਸੀਟਾਂ ਪੋਪੂਲੇਸ਼ਨ ਦੇ ਹਿਸਾਬ ਨਾਲ ਜਾਂ ਕਿਸ ਤਰੀਕੇ ਦੇ ਨਾਲ ਸੀਟਾਂ ਨੂੰ ਵੰਡਿਆ ਜਾਵੇ ਤਾਂ ਕਿ ਸਰਕਾਰ ਜਿਹੜੀ ਭਾਰਤ ਦੇ ਵਿੱਚ ਬਣਨੀ ਹੈਗੀ 1935 ਤੋਂ ਬਾਅਦ ਉਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੋਵੇ। ਸੋ ਉਹਦੀ ਗੱਲ ਦੱਸ ਰਹੇ ਹੈਗੇ ਆ ਕਿ ਇਸ ਕਮੇਟੀ ਜਿਹੜੀ ਸੀਗੀ ਬਹੁਤ ਇੰਪੋਰਟੈਂਟ ਕਮੇਟੀ ਸੀਗੀ। ਇਹਦਾ ਜਿਹੜਾ ਚੇਅਰਮੈਨ ਸੀਗਾ ਉਹ ਰੈਮਸੇ ਮੈਕਡੋਨਲਡ ਸੀਗਾ, ਉਹ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ। ਤੇ ਉਸ ਤੋਂ ਬਾਅਦ ਦੱਸਦੇ ਹੈਗੇ ਆ ਕਿ ਵੀ ਜਿਹੜੀ ਇਹ ਮਾਈਨੋਰਿਟੀ ਕਮੇਟੀ ਸੀਗੀ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ ਕਿ ਇਹਨਾਂ ਦੇ ਲਈ, ਅਛੂਤਾਂ ਦੇ ਲਈ ਬਹੁਤ ਇੰਪੋਰਟੈਂਟ ਸੀ, ਕਿਉਂਕਿ ਉਹਨਾਂ ਦੇ ਹੱਕਾਂ ਦੀ ਗੱਲ ਇਸ ਕਮੇਟੀ ਦੇ ਵਿੱਚ ਹੋਣੀ ਸੀ। ਉਹਨਾਂ ਦਾ ਯੋਗਦਾਨ, ਉਹਨਾਂ ਨੂੰ ਕਿੰਨਾ ਕੁ ਹੱਕ ਮਿਲਣੇ ਆ, ਕਿੰਨੇ ਹੱਕ ਨਹੀਂ ਮਿਲਣੇ, ਇਹ ਸਾਰਾ ਉਹ ਇਸ ਮਾਈਨੋਰਿਟੀ ਕਮੇਟੀ ਵਿੱਚ ਤੈਅ ਪਾਉਣਾ ਸੀਗਾ। ਤੇ ਕਹਿੰਦੇ ਵੀ ਇਹ ਜਿਹੜਾ ਕਾਂਗਰਸ ਦੇ ਵਿੱਚ ਤੇ ਅਛੂਤਾਂ ਦੇ ਵਿੱਚ ਜਿਹੜਾ ਕਾਂਗਰਸ ਤੇ ਅਛੂਤਾਂ ਦਾ ਟਕਰਾਅ ਹੋਇਆ ਆ, ਉਹਨਾਂ ਵਿੱਚ ਜਿਹੜੀ ਬਿਟਰਨੈਸ ਫੈਲੀ ਆ ਤੇ ਜਿਹੜਾ ਟਕਰਾਅ ਇਹਨਾਂ 'ਚ ਕਰਤਨ ਜਿਹੜੀ ਆਈ ਆ, ਉਹ ਇਸੇ ਕਮੇਟੀ ਦੇ ਵਿੱਚ ਹੀ ਹੋਇਆ ਸਾਰਾ ਕੁਝ। ਹੁਣ ਦੱਸਣ ਜਾ ਰਹੇ ਆ ਬਾਬਾ ਸਾਹਿਬ ਕਿ ਵੀ ਜਿਹੜੀ ਇਹ ਰਾਊਂਡ ਟੇਬਲ ਕਾਨਫਰੰਸ ਸੀਗੀ, ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਵੱਖਰੀਆਂ ਕਮਿਊਨਿਟੀ ਸੀਗੀਆਂ ਤੇ
ਅੱਜ ਤੱਕ ਇਹੀ ਹੋਇਆ ਸੀਗਾ ਕਿ ਜਦੋਂ 1919 ਦਾ ਕਨਸਟੀਟਿਊਸ਼ਨ ਬਣਿਆ ਸੀਗਾ, ਜਿਹੜੀਆਂ ਦੂਸਰੀਆਂ ਕਮਿਊਨਿਟੀ ਸੀਗੀਆਂ, ਕ੍ਰਿਸਚੀਅਨ ਕਮਿਊਨਿਟੀ ਸੀਗੇ, ਮੁਸਲਮਾਨ ਕਮਿਊਨਿਟੀ ਸੀ ਜਾਂ ਸਿੱਖ ਸੀਗੇ, ਉਹਨਾਂ ਦੇ ਲਈ ਆਲਰੇਡੀ ਪੋਲੀਟੀਕਲ ਜਿਹੜੀਆਂ ਡਿਮਾਂਡਸ ਉਹਨਾਂ ਦੀਆਂ ਸੀਗੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਸੀਗੀਆਂ। ਆਪਾਂ ਨੂੰ ਪਤਾ 1909 ਦੇ ਵਿੱਚ ਮੁਸਲਮਾਨਾਂ ਨੂੰ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦੀ ਉਹ ਮੰਗ ਕਰ ਰਹੇ ਆ ਤੇ ਉਹ ਜਿਹੜੀਆਂ ਚੀਜ਼ਾਂ ਉਹ ਆਲਰੇਡੀ ਪਹਿਲਾਂ ਸੈਟਲ ਹੋ ਚੁੱਕੀਆਂ ਸੀਗੀਆਂ। ਪਰ ਅਛੂਤਾਂ ਦੇ ਲਈ ਹਾਲੇ ਤੱਕ ਵੀ ਕੁਝ ਨਹੀਂ ਹੋਇਆ ਸੀ। 1928 ਤੱਕ ਇਹ ਬਹੁਤ ਅਹਿਮ ਮੌਕਾ ਸੀ ਅਛੂਤਾਂ ਦੇ ਲਈ ਆਪਣੀਆਂ ਮੰਗਾਂ ਸਰਕਾਰ ਦੇ ਮੂਹਰੇ ਰੱਖਣ ਦਾ। ਕਹਿੰਦੇ ਜਦੋਂ ਤੁਸੀਂ ਇਹ ਦੇਖਦੇ ਆ ਕਿ ਜਦੋਂ ਜਿਹੜਾ 1919 ਦਾ ਕਨਸਟੀਟਿਊਸ਼ਨ ਹੈਗੀ ਆ, ਇਹ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ, ਸਿੱਖ ਹੈਗੇ ਆ ਜਾਂ ਕ੍ਰਿਸਚੀਅਨ ਹੈਗੇ ਆ ਜਾਂ ਐਂਗਲੋ ਇੰਡੀਅਨਸ ਹੈਗੇ, ਜਿਹੜਾ ਇਹ ਜਿਹੜੀਆਂ ਅਦਰ ਮਾਈਨੋਰਿਟੀਜ਼ ਹੈਗੀਆਂ ਆ, ਇਹਨਾਂ ਦੇ ਲਈ ਸਿਰਫ ਇਹ ਦੇਖਣਾ ਸੀਗਾ ਕਿ ਇਹਨਾਂ ਨੂੰ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕੀਤੀ ਗਈ ਕਨਸਟੀਟਿਊਸ਼ਨ ਦੇ ਵਿੱਚ ਜਾਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਗਈਆਂ ਉਹ ਠੀਕ ਚੱਲ ਰਹੀਆਂ, ਕਿ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਹੈਗੀ ਜਾਂ ਨਹੀਂ ਲੋੜ ਹੈਗੀ। ਪਰ ਅਛੂਤਾਂ ਦੇ ਲਈ ਇਹ ਕੇਸ ਨਹੀਂ ਸੀ। ਅਛੂਤਾਂ ਦੇ ਲਈ ਤਾਂ ਕੋਈ ਅਧਿਕਾਰ ਹੀ ਹੈ ਨਹੀਂ ਸੀ। ਉਹਨੂੰ ਚੇਂਜ ਕੀ ਕਰਨਾ, ਉਹਨੂੰ ਬਣਾਉਣਾ ਕੀ ਆ, ਜਾਂ ਉਹਨੂੰ ਮਤਲਬ ਕਿ ਐਕਸਪੈਂਡ ਕੀ ਕਰਨਾ। ਇਸ ਲਈ ਅਛੂਤਾਂ ਦੇ ਲਈ ਇਹ ਪਹਿਲੀ ਵਾਰ ਨਵੀਂ ਚੀਜ਼ ਹੋ ਰਹੀ ਸੀਗੀ। ਕਹਿੰਦੇ ਹੋਇਆ ਕੀ ਸੀ, ਜਦੋਂ 1919 ਵਿੱਚ ਜਿਹੜਾ ਮੌਂਟੈਗੂ ਚੈਮਸਫੋਰਡ ਰਿਪੋਰਟ ਸੀ, ਉਹਦੇ ਵਿੱਚ ਇਹ ਆਸ਼ਵਾਸਨ ਦਵਾਇਆ ਗਿਆ ਸੀਗਾ ਕਿ ਜਿਹੜੇ ਅਛੂਤ ਹੈਗੇ ਆ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਦਿੱਤੀ ਗਈ ਹੈ। ਹਾਲਾਂਕਿ ਇਹ ਨਾਮ ਦੀ ਪ੍ਰੋਟੈਕਸ਼ਨ ਸੀ, ਤੇ ਪਰ ਜਦੋਂ ਉਹਨਾਂ ਦੀ ਪੋਲੀਟੀਕਲ ਮੰਗਾਂ ਦੀ ਗੱਲ ਆਉਂਦੀ ਸੀ, ਉਹਨਾਂ ਦੇ ਕੋਲ ਇਹ ਰਾਈਟ ਨਹੀਂ ਸੀ। 1919 ਤੋਂ ਬਾਅਦ ਦੀ ਜਿਹੜੀ ਆਪਾਂ ਗੱਲ ਕਰਦੇ 10 ਸਾਲ ਜਿਹੜੇ ਬੀਤੇ ਜਾਂ 1919 ਤੋਂ ਪਹਿਲਾਂ ਦੇ ਅਛੂਤ ਜਿਹੜੇ ਆ ਆਪਣੇ ਨੁਮਾਇੰਦੇ ਚੁਣ ਕੇ ਸੈਂਟਰ ਦੇ ਵਿੱਚ ਜਾਂ ਪ੍ਰੋਵਿੰਸ ਦੇ ਵਿੱਚ ਆਪਣੀ ਸਰਕਾਰ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਆ, ਉੱਥੇ ਭੇਜ ਸਕਣ। ਉਹਨਾਂ ਦੇ ਕੋਲ ਰਾਈਟ ਨਹੀਂ ਸੀ ਵੋਟ ਦਾ। ਉੱਥੇ ਕੀ ਸੀਗਾ, ਉਹ ਨੋਮੀਨੇਸ਼ਨ ਕਰਦੇ ਸੀ। ਨੋਮੀਨੇਸ਼ਨ ਕੌਣ ਕਰਦਾ ਸੀ? ਜਿਹੜਾ ਉੱਥੇ ਦਾ ਗਵਰਨਰ ਸੀਗਾ ਸਟੇਟ ਦਾ, ਜਿਹੜੇ ਗਵਰਨਮੈਂਟ ਅਫੀਸ਼ੀਅਲ ਸੀਗੇ, ਉਹ ਅਛੂਤਾਂ ਦੇ ਵਿੱਚੋਂ ਨੋਮੀਨੇਸ਼ਨ ਕਰਦੇ ਸੀ। ਹੁਣ ਨੋਮੀਨੇਸ਼ਨ ਕਿਹਨੇ, ਉਹ ਮਤਲਬ ਆਪਣੇ ਹਿਸਾਬ ਨਾਲ ਨੋਮੀਨੇਸ਼ਨ ਕਰਦੇ ਸੀ। ਸੋ ਇਹ ਕਹਿਣ ਦਾ ਭਾਵ ਬਾਬਾ ਸਾਹਿਬ ਦੱਸ ਰਹੇ ਹੈਗੇ ਕਿ ਅਛੂਤਾਂ ਦੇ ਕੋਲ ਇਹ ਵੀ ਅਧਿਕਾਰ ਨਹੀਂ ਸੀਗਾ ਕਿ ਉਹ ਆਪਣਾ ਸਹੀ ਨੁਮਾਇੰਦਾ ਸੈਂਟਰ ਦੇ ਵਿੱਚ ਜਾਂ ਪ੍ਰੋਵਿੰਸ ਦੇ ਵਿੱਚ ਭੇਜ ਸਕਣ। ਇਦਾਂ ਸਿਸਟਮ ਚੱਲ ਰਿਹਾ ਸੀਗਾ। ਤੇ ਬਾਬਾ ਸਾਹਿਬ ਕਹਿੰਦੇ ਜਦੋਂ ਮੇਰੇ ਹੱਥ ਦੇ ਵਿੱਚ ਇਹ ਚੀਜ਼ ਆਈ ਆ, ਉਦੋਂ ਮੈਂ ਇਹ ਦੇਖਿਆ ਵੀ ਪਹਿਲੀ ਜਿਹੜੀ ਪ੍ਰੋਵੀਜ਼ਨ, ਜਿਹੜੀ ਪਹਿਲੀ ਚੀਜ਼ ਸਾਨੂੰ ਕਨਸਟੀਟਿਊਸ਼ਨ ਦੇ ਵਿੱਚ ਚਾਹੀਦੀ ਹੈਗੀ ਆ, ਉਹ ਚਾਹੀਦੀ ਆ ਹਿਫਾਜ਼ਤ। ਉਹ ਹਿਫਾਜ਼ਤ ਕਿਹੜੀ ਆ? ਉਹ ਅਛੂਤਾਂ ਦੀ ਹਿਫਾਜ਼ਤ ਆ। ਉਹ ਹਿਫਾਜ਼ਤ ਕਾਨੂੰਨ ਦੇ ਵਿੱਚ ਦਰਜ ਹੋਣੀ ਚਾਹੀਦੀ ਆ, ਜਿਹਦੀ ਮੰਗ ਬਾਬਾ ਸਾਹਿਬ ਨੇ ਰੱਖੀ। ਉਹ ਅਪਰ ਕਾਸਟ ਹਿੰਦੂਆਂ ਦੇ ਜਿਹੜਾ ਦਬਾਅ ਸੀ, ਅਪਰ ਕਾਸਟ ਹਿੰਦੂ ਜਿਹੜੇ ਅਤਿਆਚਾਰ ਕਰਦੇ ਸੀ ਅਛੂਤਾਂ ਦੇ ਉੱਤੋਂ, ਉਹਦਾ ਸੇਫਗਾਰਡ ਦੀ ਮੰਗ ਬਾਬਾ ਸਾਹਿਬ ਕਹਿੰਦੇ ਮੈਂ ਪਹਿਲਾਂ ਤਾਂ ਜਾ ਕੇ ਰੱਖੀ। ਕਹਿੰਦੇ ਇਦਾਂ ਹੀ ਮੈਂ ਇੱਕ ਮੈਮੋਰੈਂਡਮ ਤਿਆਰ ਕੀਤਾ, ਤੇ ਮੈਂ ਉਹ ਮੈਮੋਰੈਂਡਮ ਜਿਹੜਾ ਆ ਉਹਦੇ ਵਿੱਚ ਮੈਂ ਮੈਮੋਰੈਂਡਮ ਬਣਾ ਕੇ ਮਾਈਨੋਰਿਟੀ ਕਮੇਟੀ ਦੇ ਵਿੱਚ ਰਾਊਂਡ ਟੇਬਲ ਕਾਨਫਰੰਸ ਵਿੱਚ ਜਾ ਕੇ ਮੈਂ ਉਹਨਾਂ ਨੂੰ ਫੜਾਇਆ। ਤੇ ਕਹਿੰਦੇ ਵੀ ਉਹਦੇ ਵਿੱਚ ਮੈਂ ਕੀ ਕੀਤਾ, ਉਹਨਾਂ ਦੀ ਹਿਫਾਜ਼ਤ ਦੀ ਗੱਲ ਕੀਤੀ। ਉਹਨਾਂ ਨੂੰ ਕਹਿੰਦੇ ਉਹ ਮੈਮੋਰੈਂਡਮ ਦੀਆਂ ਕੁਝ ਚੀਜ਼ਾਂ ਮੈਂ ਥੱਲੇ ਪੇਸ਼ ਕਰ ਰਿਹਾ ਹੈਗਾ ਆ, ਵੀ ਕਿ ਮੈਂ ਕੀ ਪੇਸ਼ ਕੀਤਾ ਉੱਥੇ ਰਾਊਂਡ ਟੇਬਲ ਕਾਨਫਰੰਸ ਵਿੱਚ, ਕੀ ਸਾਡੀਆਂ ਮੰਗਾਂ ਸੀਗੀਆਂ, ਕਿੱਦਾਂ ਦੀਆਂ ਮੰਗਾਂ ਸੀ। ਤੇ ਉਹ ਫਿਰ ਬਾਬਾ ਸਾਹਿਬ ਥੱਲੇ ਐਕਸਟ੍ਰੈਕਟ ਦਿੰਦੇ ਆ ਉਹਦੇ ਵਿੱਚੋਂ। ਕੀ ਕਹਿੰਦੇ ਕੰਡੀਸ਼ਨ ਸਾਡੀ ਇਹ ਸੀਗੀ ਕਿ ਵੀ ਸਾਨੂੰ ਸਾਡੀ ਹਿਫਾਜ਼ਤ, ਸਾਡੀ ਰੱਖਿਆ ਦੇ ਲਈ ਜਿਹੜਾ ਫਿਊਚਰ ਕਨਸਟੀਟਿਊਸ਼ਨ ਹੋਣਾ ਹੈਗਾ ਆ, ਉਹਦੇ ਲਈ ਸਪੈਸ਼ਲ ਜਿਹੜੀਆਂ ਆ ਸਾਡੀਆਂ ਕੰਡੀਸ਼ਨਾਂ ਹੈਗੀਆਂ ਆ। ਕੰਡੀਸ਼ਨਾਂ ਕੀ ਹੈਗੀਆਂ? ਕੰਡੀਸ਼ਨ ਨੰਬਰ 1 ਇਕੁਅਲ ਸਿਟੀਜ਼ਨਸ਼ਿਪ। ਕਹਿੰਦੇ ਵੀ ਸਾਨੂੰ ਸਾਰਿਆਂ ਨੂੰ, ਜਿਹੜੇ ਸਾਡੇ ਅਛੂਤ ਜਿੰਨੇ ਵੀ ਲੋਕ ਹੈਗੇ ਆ, ਜਿਨ੍ਹਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ, ਉਹਨਾਂ ਦੇ ਲਈ ਬਰੋਬਰ ਦੀ ਨਾਗਰਿਕਤਾ ਹੋਣੀ ਚਾਹੀਦੀ ਆ। ਬਾਬਾ ਸਾਹਿਬ ਥੋੜਾ ਜਿਹਾ ਐਕਸਪਲੇਨ ਕਰਦੇ ਆ ਇਹਨੂੰ ਅੱਗੇ ਜਾ ਕੇ। ਕਹਿੰਦੇ ਵੀ ਜਿਹੜੇ ਡਿਪਰੈਸਡ ਕਲਾਸ ਹੈਗੇ ਆ, ਕਹਿੰਦੇ ਵੀ ਜਦੋਂ ਮੈਜੋਰਿਟੀ ਰੂਲ ਆਉਣਾ ਆ, ਬਾਬਾ ਸਾਹਿਬ ਨੂੰ ਇਹ ਪਤਾ ਵੀ ਅਸੀਂ ਭਾਰਤ ਦੇ ਵਿੱਚ ਮਿਨੋਰਿਟੀ ਆ, ਹਨਾ, ਅਛੂਤ ਜਿਹੜੇ ਆ ਮਿਨੋਰਿਟੀ ਆ, ਪਰ ਮੋਸਟਲੀ ਜਿਹੜੇ ਅਪਰ ਕਾਸਟ ਹਿੰਦੂ ਹੈਗੇ ਆ, ਉਹਨਾਂ ਦੇ ਹੱਥ ਜਦੋਂ ਸੱਤਾ ਆਉਣੀ ਹੈਗੀ ਆ, ਉਹਨਾਂ ਨੇ ਸਾਡਾ ਫਿਰ ਉਦਾਂ ਹੀ ਓਪਰੈਸ਼ਨ, ਸਾਨੂੰ ਉਹਨਾਂ ਨੇ ਫਿਰ ਓਪਰੈਸ ਕਰਨਾ, ਸਾਨੂੰ ਦਬਾਉਣਾ ਆ। ਇਸ ਕਰਕੇ ਅਸੀਂ ਆਪਣੀ ਜਿਹੜੀ ਖਾਨਦਾਨੀ ਗੁਲਾਮੀ ਆ, ਇਹਦੇ ਤੋਂ ਆਜ਼ਾਦੀ ਚਾਹੁੰਦੇ ਆ। ਉਹ ਆਜ਼ਾਦੀ ਤਾਂ ਹੀ ਸਾਨੂੰ ਮਿਲ ਸਕਦੀ ਆ ਜੇ ਅਸੀਂ ਜਿਹੜਾ ਕਾਸਟ ਸਿਸਟਮ ਹੈਗਾ ਆ, ਜਿਹੜੀ ਅਨਟੱਚੇਬਿਲਿਟੀ, ਅਛੂਤਾਪਨ ਹੈਗਾ ਆ, ਕਾਸਟ ਸਿਸਟਮ ਕਹਿੰਦਾ, ਜਿਹੜਾ ਅਛੂਤਾਪਨ ਦਾ ਜਿਹੜਾ ਕੋਡ ਹੈਗਾ ਆ, ਉਹਨੂੰ ਇਮੈਂਸੀਪੇਟ ਕੀਤਾ ਜਾਵੇ, ਉਹਨੂੰ ਡਿਮੋਲਿਸ਼, ਉਹਨੂੰ ਖਤਮ ਕੀਤਾ ਜਾਵੇ। ਕਹਿੰਦੇ ਵੀ ਅਸੀਂ ਇਹ ਚਾਹੁੰਦੇ ਆ ਵੀ ਕੋਈ ਵੀ ਅਧਿਕਾਰ ਜਾਂ ਕੋਈ ਵੀ ਚੀਜ਼ ਜਿਹੜੇ ਬਾਅਦ ਵਿੱਚ ਜਿਹਨਾਂ ਦੀ ਸਰਕਾਰ ਬਣਨੀ ਹੈ, ਮੈਜੋਰਿਟੀ ਦੀ ਜਿਹੜੀ ਹਿੰਦੂ ਮੈਜੋਰਿਟੀ ਆ, ਉਹਨਾਂ ਦੇ ਹੱਥ ਵਿੱਚ ਨਾ ਜਾਵੇ। ਇਹ ਸਾਰਾ ਕੁਝ ਪਹਿਲਾਂ ਹੀ ਗੋਰੀ ਸਰਕਾਰ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਪਾ ਕੇ ਦੇਵੇ, ਤਾਂ ਕਿ ਸਾਨੂੰ ਇਹ ਜਿਹੜੀਆਂ ਅਨਟੱਚੇਬਿਲਿਟੀ ਵਰਗੀਆਂ ਚੀਜ਼ਾਂ ਆ, ਉਹ ਸਾਨੂੰ ਉਹਨਾਂ ਤੇ ਨਿਰਭਰ ਨਾ ਕਰਨਾ ਪਵੇ ਅਪਰ ਕਾਸਟ ਹਿੰਦੂ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਬਣਦੀ ਹੈ। ਇਸ ਕਰਕੇ ਸਾਨੂੰ ਕਨਸਟੀਟਿਊਸ਼ਨ ਦੇ ਵਿੱਚ ਇਹ ਚੀਜ਼ ਪਹਿਲਾਂ ਸਾਨੂੰ ਚਾਹੀਦੀ ਹੈ। ਉਹਦੇ ਵਿੱਚ ਜਿਹੜਾ ਇਕੁਅਲ ਸਿਟੀਜ਼ਨਸ਼ਿਪ ਦੇ ਵਿੱਚ ਜਿਹੜਾ ਪਾਰਟ A ਆ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜਾ
ਇਕੁਅਲ ਸਿਟੀਜ਼ਨਸ਼ਿਪ, ਬਰਾਬਰਤਾ ਦੀ ਨਾਗਰਿਕਤਾ ਜਿਹੜੀ ਹੈਗੀ ਆ ਉਹਨੂੰ ਕ੍ਰੀਏਟ ਕਰਨ ਦੇ ਲਈ ਜਿਹੜੀ ਆਹ ਅਛੂਤਾਪਨ ਜਿਹੜਾ ਆ ਉਹਨੂੰ ਸਮਾਪਤ ਕਰਨਾ ਚਾਹੀਦਾ ਆ। ਤੇ ਇਹਨੂੰ ਚੀਜ਼ ਇਹ ਜਿਹੜੀ ਇਹਦੇ ਲਈ ਮੈਂ ਫੰਡਾਮੈਂਟਲ ਰਾਈਟ ਜਿਹੜਾ ਆ ਉਹ ਮੈਂ ਦਿੱਤਾ ਹੈਗਾ ਆ। ਉਹ ਫੰਡਾਮੈਂਟਲ ਰਾਈਟ ਇੱਥੇ ਦਿੱਤਾ ਗਿਆ ਵੀ US ਕਨਸਟੀਟਿਊਸ਼ਨ ਦੇ ਵਿੱਚੋਂ ਇਹਨਾਂ ਨੇ ਲਿਆ ਹੈਗਾ ਆ। ਤੇ ਬਾਬਾ ਸਾਹਿਬ ਨੇ ਉਹਦੀ ਰਿਪੋਰਟ ਦੇ ਵਿੱਚੋਂ ਮੈਂ ਲਿਆ ਹੈਗਾ ਵੀ ਬਾਬਾ ਸਾਹਿਬ ਨੇ ਇੱਥੇ ਰਿਪੋਰਟ ਪੇਸ਼ ਕੀਤੀ ਸੀ ਵੀ ਸਾਨੂੰ ਫੰਡਾਮੈਂਟਲ ਰਾਈਟ, ਸਾਡੇ ਫੰਡਾਮੈਂਟਲ ਅਧਿਕਾਰ ਹੋਣੇ ਚਾਹੀਦੇ ਆ। ਅਸੀਂ ਕਿਤੇ ਵੀ ਜਾਈਏ, ਅਸੀਂ ਪਬਲਿਕ ਕੁਝ ਵੀ ਯੂਜ਼ ਕਰ ਸਕਦੇ ਹਾਂ, ਸਾਡੇ ਰਾਈਟ ਆ। ਖੂਹ ਚੋਂ ਪਾਣੀ ਪੀਣ ਦੇ ਸਾਰੇ ਸਾਡੇ ਫੰਡਾਮੈਂਟਲ ਰਾਈਟ ਆ। ਫਿਰ ਕੰਡੀਸ਼ਨ ਨੰਬਰ 2 ਜਿਹੜੀ ਸੀਗੀ ਉਹ ਬਾਬਾ ਸਾਹਿਬ ਕਹਿੰਦੇ ਵੀ ਉਹਦੇ ਵਿੱਚ ਮੈਂ ਇਹ ਰੱਖਿਆ ਕਿ ਫ੍ਰੀ ਇੰਜੋਇਮੈਂਟ ਆਫ ਇਕੁਅਲ ਰਾਈਟਸ। ਬਾਬਾ ਸਾਹਿਬ ਕਹਿੰਦੇ ਬਰਾਬਰ ਦੇ ਅਧਿਕਾਰਾਂ ਦਾ ਅਸੀਂ ਉਹਦਾ ਆਨੰਦ ਮਾਣ ਸਕੀਏ। ਸਾਨੂੰ ਇਦਾਂ ਦੀ ਪ੍ਰਿਵਿਲੇਜ ਹੋਣੀ ਚਾਹੀਦੀ ਕਨਸਟੀਟਿਊਸ਼ਨ ਵਿੱਚ। ਜਦੋਂ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਸਿਰਫ ਇਕੁਅਲ ਰਾਈਟਸ ਜਿਹੜਾ ਆ ਕਨਸਟੀਟਿਊਸ਼ਨ ਦੇ ਵਿੱਚ ਇਹ ਲਿਖ ਦੇਣਾ ਬਈ ਜੀ ਅਛੂਤਾਂ ਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਗਏ ਹੈਗੇ ਆ, ਇਹ ਕਾਫੀ ਨਹੀਂ ਹੈ। ਕਹਿੰਦੇ ਜਦੋਂ ਅਸੀਂ ਆਪਣੇ ਬਰਾਬਰ ਦੇ ਹੱਕ ਮੰਨਣੇ ਆ ਤੇ ਜਿਹੜੇ ਆਰਥੋਡਾਕਸੀ ਕੱਟੜਪੰਥੀ ਹਿੰਦੂ ਆ ਉਹਨਾਂ ਨੇ ਸਾਨੂੰ ਇਹ ਅਧਿਕਾਰ ਮਤਲਬ ਕਿ ਮੰਨਣ ਤੋਂ ਸਾਡਾ ਵਿਰੋਧ ਕਰਨਾ ਆ। ਅਸੀਂ ਚਾਹੁੰਦੇ ਹੈਗੇ ਆ ਕਿ ਜੇ ਸਾਡੇ ਅਧਿਕਾਰਾਂ ਨੂੰ ਕੋਈ ਇਨਫ੍ਰਿੰਜ ਕਰਦਾ ਆ, ਕੋਈ ਇਹਨੂੰ ਤੋੜਦਾ ਆ, ਕੋਈ ਇਹਦਾ ਹਰਨ ਕਰਦਾ ਆ, ਉਹਨੂੰ ਪ੍ਰੋਪਰ ਪੈਨਲਟੀਜ਼ ਦਿੱਤੀਆਂ ਜਾਣ, ਉੱਤੇ ਲੱਗੀਆਂ ਜਾਣ। ਤੇ ਉਹ ਬਾਬਾ ਸਾਹਿਬ ਮੰਗ ਕਰਦੇ ਹੈਗੇ ਆ ਕਿ ਆਹ ਜਿਹੜਾ ਥਲੜਾ ਪਹਿਰਾ ਹੈਗਾ ਆ ਜਿਹੜਾ ਮੈਂ ਪਾਇਆ ਹੋਇਆ, offense of infringement of the citizenship, ਇਹ ਜਿਹੜਾ ਪਹਿਰਾ ਆ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1919 ਆ ਉਹਦੇ ਪਾਰਟ 11 ਦੇ ਵਿੱਚ ਇਸ ਚੀਜ਼ ਨੂੰ ਐਡ ਕੀਤਾ ਜਾਵੇ। ਇਹਦੇ ਵਿੱਚ ਕੀ ਲਿੱਤਾ ਹੈ ਵੀ ਪੈਨਲਟੀਜ਼ ਵਗੈਰਾ ਜਿਹੜੀਆਂ 5 ਸਾਲ ਦਾ ਜੁਰਮਾਨਾ ਆ ਜੇ ਕੋਈ ਕਿਸੇ ਨੂੰ ਇਦਾਂ ਜਿਹੜਾ ਕੋਈ ਆਪਣਾ ਅਧਿਕਾਰ ਮੰਨ ਰਿਹਾ ਆ, ਫੰਡਾਮੈਂਟਲ ਰਾਈਟ ਆਪਣਾ ਮੰਨ ਰਿਹਾ ਆ, ਉਹਦਾ ਕੋਈ ਅਧਿਕਾਰ ਉਹਨੂੰ 5 ਸਾਲ ਦੀ ਸਜ਼ਾ ਹੋਵੇ, ਉਹਨੂੰ ਜੁਰਮਾਨਾ ਹੋਵੇ, ਇਦਾਂ ਦਾ ਫਾਈਨ ਵਗੈਰਾ ਇਹਦੇ ਵਿੱਚ ਬਾਬਾ ਸਾਹਿਬ ਨੇ ਪਾ ਕੇ ਮਤਲਬ ਕਿ ਉਹ ਕੀਤਾ ਹੈਗਾ ਆ। ਫਿਰ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਇੱਕ ਬਹੁਤ ਵੱਡਾ ਹਥਿਆਰ ਜਿਹੜਾ ਆ ਸੋਸ਼ਲ ਬਾਈਕਾਟ ਦਾ ਹਥਿਆਰ ਹੈਗਾ ਆ। ਹੁੰਦਾ ਕੀ ਆ, ਜਿੱਦਾਂ ਪਿੱਛੇ ਜੇ ਆਪਾਂ ਦੇਖਿਆ ਸੀਗਾ ਕਿ ਝੱਟ ਸਾਨੂੰ ਧਮਕੀ ਦੇ ਦਿੱਤੀ ਜਾਂਦੀ ਹੈ ਵੀ ਇਹਨਾਂ ਦਾ ਬਾਈਕਾਟ ਕਰ ਦਿਓ, ਇਹਨਾਂ ਨੇ ਮਜ਼ਦੂਰੀ ਨਹੀਂ ਲੈਣੀ ਤਾਂ ਬਾਈਕਾਟ। ਸੋ ਇਦਾਂ ਸੇਮ ਚੀਜ਼ ਬਾਬਾ ਸਾਹਿਬ ਉਸ ਵੇਲੇ ਦੱਸਦੇ ਹੈਗੇ ਕਿ ਜਿਹੜਾ ਹਿੰਦੂਆਂ ਦੇ ਕੋਲ ਜਾਂ ਅਪਰ ਕਾਸਟ ਜਿਹੜੇ ਹਿੰਦੂ ਹੈਗੇ ਆ, ਜਿਹੜੇ ਲੋਕ ਹੈਗੇ ਆ, ਉਹਨਾਂ ਕੋਲ ਇੱਕ ਬਹੁਤ ਵੱਡਾ ਹਥਿਆਰ ਆ। ਉਹ ਹਮੇਸ਼ਾ ਹੀ ਡਿਪਰੈਸਡ ਕਲਾਸ ਦੇ ਉੱਤੇ ਖਤਰਾ ਬਣਿਆ ਰਹਿੰਦਾ। ਇਹ ਜਿਹੜੇ ਅਧਿਕਾਰ ਤੁਸੀਂ ਸਾਨੂੰ ਦੇ ਰਹੇ ਹੈਗੇ ਆ ਉਹਨਾਂ ਦੇ ਮਾਨਣ ਦੇ ਵਿੱਚ ਜਿਹੜਾ ਇਹ ਵਿਘਨ ਪੈਦਾ ਕਰਨਾ ਆ, ਉਹਦਾ ਨਾਮ ਹੈਗਾ ਆ ਉਹ ਚੀਜ਼ ਜਿਹੜਾ ਹਥਿਆਰ ਆ ਉਹਦਾ ਨਾਮ ਹੈਗਾ ਆ ਸੋਸ਼ਲ ਬਾਈਕਾਟ। ਸਮਾਜਿਕ ਤੌਰ ਦੇ ਉੱਤੇ ਰੁਕਾਵਟ, ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕਰਨਾ। ਕਹਿੰਦੇ ਇਹ ਜਿਹੜੀ ਚੀਜ਼ ਆ ਇਹਦੀ ਵੀ ਸਜ਼ਾ ਹੋਣੀ ਚਾਹੀਦੀ। ਜੇ ਕੋਈ ਬੰਦਾ ਬਾਈਕਾਟ ਕਰਨ ਦਾ ਐਲਾਨ ਕਰਦਾ ਆ ਜਾਂ ਯੋਜਨਾ ਬਣਾਉਂਦਾ ਆ ਜਾਂ ਕੋਈ ਸਰਕੂਲਰ ਬਣਾ ਕੇ ਪੇਪਰ ਬਣਾ ਕੇ ਵੰਡਦਾ ਆ ਜਾਂ ਸਪੀਚ ਕਰਦਾ ਆ ਵੀ ਇਹਨਾਂ ਦਾ ਬਾਈਕਾਟ ਕਰਨਾ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਉਹਦੇ ਲਈ ਬਾਬਾ ਸਾਹਿਬ ਨੇ ਅਫੈਂਸ ਦੱਸੀ ਆ ਵੀ ਕੀ ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਉਹਦੇ ਵਿੱਚ ਦੱਸਦੇ ਹੈਗੇ ਆ ਕਿ ਇਹ ਸੇਮ ਚੀਜ਼ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹੈਗਾ ਆ, ਇਹ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਹੈਗਾ ਆ 1919 ਉਹ ਪਾਰਟ 11 ਦੇ ਵਿੱਚ ਇਹ ਐਡ ਕੀਤਾ ਜਾਵੇ, ਜਿਹਦੇ ਵਿੱਚ ਆਪਣੀ ਪੈਨਲਟੀਜ਼ ਦੀ ਸਜ਼ਾਵਾਂ ਦੀ ਗੱਲ ਕੀਤੀ ਗਈ ਆ। ਜਿਹੜਾ ਕਾਨੂੰਨ ਨੂੰ ਤੋੜਦਾ ਉਹਨੂੰ ਕਿਹੜੀ ਸਜ਼ਾ ਮਿਲਣੀ, ਉੱਤੇ ਕਿਹੜਾ ਪ੍ਰੋਸੀਜਰ ਲੱਗਣਾ, ਕਿਹੜਾ ਉਹਦੇ ਉੱਤੇ ਲੱਗਣਾ ਹੈਗਾ ਆ, ਪੀਨਲ ਕੋਡ ਕਿਹੜਾ ਲੱਗਣਾ ਹੈਗਾ ਉਹਦੇ ਉੱਤੇ। ਸੋ ਇਹ ਉਹਦੇ ਵਿੱਚੋਂ ਆਇਆ ਜੀ। ਫਿਰ ਉਸ ਤੋਂ ਬਾਅਦ ਬਾਬਾ ਸਾਹਿਬ ਕਹਿੰਦੇ ਵੀ ਤੀਸਰੀ ਜਿਹੜੀ ਕੰਡੀਸ਼ਨ ਰੱਖੀ ਹੈਗੀ ਆ ਪ੍ਰੋਟੈਕਸ਼ਨ ਅਗੇਂਸਟ ਡਿਸਕ੍ਰਿਮੀਨੇਸ਼ਨ। ਜੇ ਸਾਡੇ ਨਾਲ ਕੋਈ ਜਾਤ ਪਾਤ ਦਾ ਵਤੀਰਾ ਕਰਦਾ ਹੈਗਾ ਆ ਤੇ ਉਹ ਜਿਹੜਾ ਹੈਗਾ ਆ ਸਾਡੇ ਕੋਲ ਸਾਨੂੰ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਇਸ ਚੀਜ਼ ਦੀ, ਸਾਨੂੰ ਸੁਰੱਖਿਆਵਾਂ ਹੋਣੀਆਂ ਚਾਹੀਦੀਆਂ। ਕਹਿੰਦੇ ਵੀ ਜਿਹੜੀਆਂ ਡਿਪਰੈਸ ਕਲਾਸ ਦੇ ਲੋਕ ਹੈਗੇ ਆ ਨਾ, ਉਹਨਾਂ ਦੇ ਨਾਲ ਜਿਹੜੇ ਵਿਧਾਇਕ ਹੈਗੇ ਆ ਜਾਂ ਜਿਹੜੇ ਕਾਰਜਕਾਰੀ ਜਿਹੜੇ ਅਫਸਰ ਹੈਗੇ ਆ, ਉਹਨਾਂ ਨੇ ਹਮੇਸ਼ਾ ਤੋਂ ਹੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਆ, ਭੇਦਭਾਵ ਕੀਤਾ ਤੇ ਅੱਗੇ ਕਰਨਾ ਹੈਗਾ ਆ। ਤੇ ਕਹਿੰਦੇ ਇਸ ਚੀਜ਼ ਨੂੰ ਰੋਕਿਆ ਨਹੀਂ ਜਾ ਸਕਦਾ ਜਦ ਤੱਕ ਇਹਨੂੰ ਲਾ ਨਾ ਬਣਾਇਆ ਜਾਵੇ। ਸੋ ਇਹਨੂੰ ਲਾ ਦੇ ਵਿੱਚ ਐਡ ਕੀਤਾ ਜਾਵੇ ਵੀ ਜੇ ਕੋਈ ਲੈਜਿਸਲੇਟਰ ਜਿਹੜਾ ਹੈਗਾ, ਵਿਧਾਇਕ ਹੈਗਾ ਜਾਂ ਕੋਈ ਕਾਰਜਕਾਰੀ ਬੰਦਾ ਹੈਗਾ ਆ, ਅਫਸਰ ਹੈਗਾ ਆ, ਉਹ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਕਰਦਾ ਆ, ਉਹਦੇ ਉੱਤੇ ਵੀ ਕਾਨੂੰਨ ਜਿਹੜਾ ਆ ਉਹਨੂੰ ਵੀ ਇਹ ਸਜ਼ਾ ਲੱਗੇ, ਉਹਨੂੰ ਵੀ ਚਾਰਜ ਕੀਤਾ ਜਾਵੇ। ਫਿਰ ਅੱਗੇ ਦੱਸਦੇ ਹੈਗੇ ਐਡਿਕੇਟ ਰਿਪਰੈਜ਼ੈਂਟੇਸ਼ਨ ਇਨ ਦਾ ਲੈਜਿਸਲੇਚਰ। ਕੰਡੀਸ਼ਨ ਨੰਬਰ 4 ਵੀ ਜਿਹੜੀ ਵੀ ਸਰਕਾਰ ਬਣਨੀ ਆ ਫਿਊਚਰ ਦੇ ਵਿੱਚ, ਚਾਹੇ ਉਹ ਕਿੱਦਾਂ ਦੀ ਵੀ ਉਹ ਸਰਕਾਰ ਹੋਵੇ, ਚਾਹੇ ਉਹ ਪ੍ਰੋਵਿੰਸ ਦੀ ਸਰਕਾਰ ਹੋਵੇ, ਚਾਹੇ ਸੈਂਟਰ ਦੀ ਸਰਕਾਰ ਹੋਵੇ, ਉਹਦੇ ਵਿੱਚ ਸਾਨੂੰ ਬਰਾਬਰ ਦੀ ਹਿੱਸੇਦਾਰੀ ਚਾਹੀਦੀ ਆ। ਹੁਣ ਉਹਦੇ ਵਿੱਚ ਬਾਬਾ ਸਾਹਿਬ ਕੰਡੀਸ਼ਨ ਕੀ ਰੱਖਦੇ ਹੈਗੇ, ਬਾਬਾ ਸਾਹਿਬ ਕਹਿੰਦੇ ਆ ਵੀ ਸਾਡੀ ਜਿਹੜੀ ਆ ਇੱਕ ਬਰਾਬਰ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਕੰਟਰੀ ਦੇ ਲੈਜਿਸਲੇਚਰ ਦੇ ਵਿੱਚ, ਠੀਕ ਆ ਜੀ, ਤੇ ਸੈਂਟਰ ਜਾਂ ਪ੍ਰੋਵਿੰਸ ਦੇ ਵਿੱਚ, ਠੀਕ ਆ। ਸੈਂਟਰ ਆਪਾਂ ਕਹਿੰਦੇ ਆ ਵੀ ਲੋਕ ਸਭਾ, ਵਿਧਾਨ ਸਭਾ, ਪ੍ਰੋਵਿੰਸ ਦੀ, ਇਹਦੇ ਵਿੱਚ ਸਾਨੂੰ ਬਰਾਬਰ ਦੇ ਅਧਿਕਾਰ, ਸਾਡੀ ਨੁਮਾਇੰਦਗੀ ਸਾਡੀ ਚਾਹੀਦੀ ਹੈਗੀ ਆ।
ਤੇ ਕਹਿੰਦੇ ਵੀ ਸਾਨੂੰ ਦੂਸਰੇ ਨੰਬਰ ਤੇ ਇਹ ਵੀ ਅਧਿਕਾਰ ਚਾਹੀਦਾ ਹੈਗਾ ਕਿ ਸਾਡੇ ਜਿਹੜੇ ਆਪਣੇ ਬੰਦੇ ਆ ਉਹ ਖੁਦ ਉਹਨਾਂ ਨੂੰ ਆਪਣੇ ਨੁਮਾਇੰਦੇ ਚੁਣ ਕੇ ਭੇਜਣ। ਤੇ ਉਹਦੇ ਵਿੱਚ ਜਿਹੜੀ ਪ੍ਰਕਿਰਿਆ ਹੈਗੀ ਆ ਉਹ ਕਹਿੰਦੇ ਅਡਲਟ ਸਫਰੇਜ ਦੀ ਚਾਹੀਦੀ ਆ, ਯਾਨੀ ਕਿ ਬਾਲਕ ਮਤ ਅਧਿਕਾਰ ਦਾ ਅਧਿਕਾਰ ਸਾਰਿਆਂ ਨੂੰ ਚਾਹੀਦਾ। ਜਿਹੜੇ ਸਾਡੇ ਨਾਲ ਸਾਥੀ ਨਵੇਂ ਜੁੜੇ ਆ, ਪਹਿਲਾਂ ਬਾਲਕ ਮਤ ਅਧਿਕਾਰ ਨਹੀਂ ਹੁੰਦਾ ਸੀ, ਲੇਡੀਜ਼ ਨੂੰ ਵੀ ਅਧਿਕਾਰ ਨਹੀਂ ਸੀਗਾ, ਤੇ ਕੁਝ ਲੇਡੀਜ਼ ਨੂੰ ਅਧਿਕਾਰ ਸੀ ਜਿਨ੍ਹਾਂ ਨੂੰ ਐਜੂਕੇਸ਼ਨ ਸੀ। ਜਾਂ ਹਿੰਦੂ ਤਾਂ ਇਹੀ ਮੰਗਾਂ ਕਰਦੇ ਰਹੇ ਵੀ ਜਿਹੜੇ ਭਾਰਤ ਸਰਕਾਰ ਦੇ ਜਾਂ ਭਾਰਤ ਸਰਕਾਰ ਨੂੰ ਜਾਂ ਬ੍ਰਿਟਿਸ਼ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ, ਜਾਂ ਜਿਹਨਾਂ ਕੋਲ ਜ਼ਮੀਨਾਂ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ। ਸੋ ਬਾਬਾ ਸਾਹਿਬ ਇਸ ਚੀਜ਼ ਦਾ ਵਿਰੋਧ ਕਰਦੇ ਆ ਰਾਊਂਡ ਟੇਬਲ ਕਾਨਫਰੰਸ ਵਿੱਚ, ਤੇ ਉਹ ਕਹਿੰਦੇ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਬਾਲਕ ਮਤ ਅਧਿਕਾਰ ਹੋਣਾ ਚਾਹੀਦਾ। ਇਹਦੇ ਵਿੱਚ ਅੱਗੇ ਲੇਡੀਜ਼ ਦੀ ਵੀ ਉਹਨਾਂ ਨੇ ਮੰਗ ਕੀਤੀ ਹੈਗੀ ਆ, ਉਹ ਵੀ ਤੁਹਾਨੂੰ ਦੱਸਦਾ ਅੱਗੇ ਜਾ ਕੇ। ਤੇ ਫਿਰ ਬਾਬਾ ਸਾਹਿਬ ਕਹਿੰਦੇ ਵੀ ਸੈਪਰੇਟ ਇਲੈਕਟੋਰੇਟ ਚਾਹੀਦਾ ਪਹਿਲੇ 10 ਸਾਲਾਂ ਦੇ ਲਈ, ਤੇ ਬਾਅਦ ਦੇ ਵਿੱਚ ਜੁਆਇੰਟ ਇਲੈਕਟੋਰੇਟ ਤੇ ਰਿਜ਼ਰਵ ਸੀਟ ਚਾਹੀਦੀ ਹੈਗੀ ਆ। ਤੇ ਇਹ ਬਾਬਾ ਸਾਹਿਬ ਮੰਗ ਕਰਦੇ ਆ ਉਹਦੇ ਵਿੱਚ। ਫਿਰ ਕੰਡੀਸ਼ਨ ਨੰਬਰ ਜਿਹੜੀ 5 ਆ, ਫਿਰ ਕਹਿੰਦੇ ਵੀ ਜਿੱਦਾਂ ਸੇਵਾਵਾਂ ਹੈਗੀਆਂ ਆ ਤੇ ਐਡਿਕੇਟ ਰਿਪਰੈਜ਼ੈਂਟੇਸ਼ਨ ਦਾ ਸਰਵਿਸਿਜ਼, ਬਈ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਕੋਈ ਵੀ ਅਛੂਤ ਸਮਾਜ ਦਾ ਬੰਦਾ ਜਿਹੜਾ ਆ ਉਹ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਕੰਮ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਉਹਦੇ ਨਾਲ ਪ੍ਰੈਜੁਡਿਸਿਸ ਹੁੰਦੀ ਆ ਤੇ ਉਹ ਇੰਨੀ ਜ਼ਿਆਦਾ ਪੱਖਪਾਤ ਇੰਨਾ ਹੁੰਦਾ ਆ ਉਹਦੇ ਨਾਲ ਵੀ ਉਹਨੂੰ ਕਿਸੇ ਨੇ ਹਾਇਰ ਨਹੀਂ ਕਰਨਾ। ਇਸ ਕਰਕੇ ਸਾਨੂੰ ਇਹ ਕਾਨੂੰਨ ਦੇ ਤਹਿਤ ਸਾਨੂੰ ਲਿਖਤੀ ਰੂਪ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਜਾਵੇ ਕਿ ਸਾਡੀ ਵੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਸੇਵਾਵਾਂ ਦੇ ਵਿੱਚ ਹੋਣੀ ਆ। ਸਾਡੇ ਬੰਦੇ ਕਿੰਨੇ ਵਕੀਲ ਲੱਗਣੇ ਆ, ਸਾਡੇ ਕਿੰਨੇ ਜੱਜ ਲੱਗਣੇ ਆ, ਸਾਡੇ ਕਿੰਨੇ ਅਫਸਰ ਲੱਗਣੇ ਆ, ਕਿਹੜੇ ਅਦਾਰੇ ਵਿੱਚ ਲੱਗਣੇ ਆ, ਉਹ ਸਾਡੀ ਕੁਝ ਪਰਸੈਂਟੇਜ ਹੋਣੀ ਚਾਹੀਦੀ ਆ। ਫਿਰ ਅੱਗੇ ਦੱਸਦੇ ਹੈਗੇ ਆ ਕਿ ਕੰਡੀਸ਼ਨ ਨੰਬਰ 6 ਹੈਗੀ ਆ ਵੀ ਜੇ ਕੋਈ ਪੱਖਪਾਤ ਕਰਦਾ ਆ ਉਹਦੀ ਸੁਣਵਾਈ ਦੇ ਲਈ ਸਪੈਸ਼ਲ ਪ੍ਰਬੰਧ ਹੋਣੇ ਚਾਹੀਦੇ ਆ। ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਆਉਣ ਵਾਲਾ ਕਨਸਟੀਟਿਊਸ਼ਨ ਆ ਉਹਦੀ ਸੁਣਵਾਈ ਦੇ ਲਈ ਸਪੈਸ਼ਲ ਪ੍ਰਬੰਧ ਹੋਣੇ ਚਾਹੀਦੇ ਆ। ਕਿੱਦਾਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਬਾਬਾ ਸਾਹਿਬ ਕਹਿੰਦੇ ਵੀ ਇਹ ਕਨਸਟੀਟਿਊਸ਼ਨ ਇੰਡੀਆ ਦੇ ਵਿੱਚ ਪੈਰੇ ਐਡ ਕੀਤੇ ਜਾਣ। ਫਿਰ ਅੱਗੇ ਕਹਿੰਦੇ ਹੈਗੇ ਆ ਕਿ ਸਪੈਸ਼ਲ ਡਿਪਾਰਟਮੈਂਟ, ਸਪੈਸ਼ਲ ਅਦਾਰੇ ਇਦਾਂ ਦੇ ਤਿਆਰ ਕੀਤੇ ਜਾਣੇ ਚਾਹੀਦੇ ਆ। ਜਿਹੜੇ ਕੰਡੀਸ਼ਨ ਨੰਬਰ 7 ਹੈਗੀ ਆ ਸਪੈਸ਼ਲ ਡਿਪਾਰਟਮੈਂਟ ਕੇਅਰ, ਵੀ ਸਾਨੂੰ ਸਪੈਸ਼ਲ ਡਿਪਾਰਟਮੈਂਟ ਜਿਹੜੇ ਆ ਉਹ ਕ੍ਰੀਏਟ ਕਰਨ ਦੀ ਲੋੜ ਆ ਸ਼ਡਿਊਲ ਕਾਸਟ ਦੇ ਲਈ। ਕਹਿੰਦੇ ਜਿਹੜੇ ਸ਼ਡਿਊਲ ਕਾਸਟ ਦੇ ਡਿਪਰੈਸਡ ਕਲਾਸ ਜਿਹੜੇ ਦੱਬੇ ਹੋਏ ਲੋਕ ਆ, ਇਹਨਾਂ ਦੀਆਂ ਇਕਨੋਮਿਕ ਕੰਡੀਸ਼ਨਸ ਬਹੁਤ ਬੈਡ ਆ, ਕਿਉਂਕਿ ਇਹਨਾਂ ਦਾ ਜਿਹੜਾ ਕਿਉਂਕਿ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਇਕਨੋਮੀ ਜਿਹੜੀ ਇਹਨਾਂ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੈਗੀ ਆ ਉਹ ਇਸ ਕਰਕੇ ਬੈਡ ਹੈਗੀ ਆ ਕਿਉਂਕਿ ਜਿੰਨੀਆਂ ਵੀ ਸੇਵਾਵਾਂ ਜਾਂ ਜਿੰਨੀਆਂ ਵੀ ਕੰਮ ਹੈਗੇ ਆ ਸਾਰੇ ਇਹਨਾਂ ਦੇ ਲਈ ਬੰਦ ਆ। ਕਿਤੇ ਵੀ ਇਹ ਜੌਬ ਨਹੀਂ ਕਰ ਸਕਦੇ, ਇਹਨਾਂ ਨੂੰ ਜਿਹੜਾ ਪਿਤਾ ਪੁਰਖੀ ਕਿੱਤਾ ਮਿਲਿਆ ਹੋਇਆ ਉਹਦੇ ਵਿੱਚ ਇਹ ਜੌਬ ਕਰਦੇ ਆ, ਜਦ ਕਿ ਜਿਹੜੇ ਦੂਸਰੇ ਸਮਾਜ ਦੇ ਜਿਹੜੇ ਅਪਰ ਕਾਸਟ ਲੇਬਰ ਆ ਉਹਨਾਂ ਨੂੰ ਇਦਾਂ ਦੀਆਂ ਪਾਬੰਦੀਆਂ ਨਹੀਂ ਹੈਗੀਆਂ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਆ। ਆਪਾਂ ਸਭ ਦੇ ਰਹੇ ਹੈਗੇ ਆ ਕਿ ਕਿੱਦਾਂ ਇੱਕ ਸਮਾਜ ਵੱਲੋਂ ਜੇ ਜਿਹੜਾ ਡਿਪਰੈਸ ਕਲਾਸ ਦਾ ਬੰਦਾ ਹੈਗਾ ਆ ਜਾਂ ਡਿਪਰੈਸ ਕਲਾਸ ਦਾ ਸਮਾਜ ਹੈਗਾ ਆ ਉਹ ਜੇ ਅਪਰ ਕਾਸਟ ਦੇ ਕੰਮ ਨਹੀਂ ਕਰਦੇ ਜਾਂ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਦੇ ਆ, ਕਿੱਦਾਂ ਦੇ ਉਹਨਾਂ ਨੂੰ ਤਸੀਹੇ ਝੱਲਣੇ ਪੈਂਦੇ ਆ, ਕਿੱਦਾਂ ਉਹਨਾਂ ਦੇ ਨਾਲ ਵਤੀਰਾ ਹੁੰਦਾ ਆ, ਉਹ ਅੱਗੇ ਜਾ ਕੇ ਬਾਬਾ ਸਾਹਿਬ ਦੱਸਦੇ ਹੈਗੇ ਆ। ਤੇ ਇਦਾਂ ਦੀਆਂ ਚੀਜ਼ਾਂ ਰੋਕਣ ਨੂੰ ਸਾਨੂੰ ਵੱਖਰੇ ਅਦਾਰੇ ਬਣਾਉਣੇ ਚਾਹੀਦੇ ਆ। ਬਾਬਾ ਸਾਹਿਬ ਇੱਥੇ ਗੱਲ ਕਰਦੇ, ਬਾਬਾ ਸਾਹਿਬ ਇੱਥੇ ਐਗਜ਼ਾਮਪਲ ਦਿੰਦੇ ਹੈਗੇ ਆ, ਕਹਿੰਦੇ ਥੱਲਿਓ ਮੈਂ ਕੁਝ ਲਾਈਨਾਂ ਤੁਹਾਨੂੰ ਮੈਂ ਦੇ ਰਿਹਾ ਹੈਗਾ ਆ ਜਿਹੜੀਆਂ ਕਿ ਪ੍ਰੋਸੀਡਿੰਗਸ ਹੈਗੀਆਂ ਬੋਰਡ ਆਫ ਰੈਵਨਿਊ ਗਵਰਨਮੈਂਟ ਆਫ ਮਦਰਾਸ 5 ਨਵੰਬਰ 1892 ਦੀਆਂ ਜੀ ਇਹ ਹੈਗੀਆਂ ਆ। ਇਹਦੇ ਵਿੱਚ ਦੱਸਿਆ ਗਿਆ ਹੈਗਾ ਆ ਕਿ ਜਿਹੜੇ ਪ੍ਰੀਹਾ ਸੀਗੇ, ਪ੍ਰੀਹਾ ਇੱਕ ਜਾਤੀ ਆ ਅਛੂਤਾਂ ਦੀ, ਜਿਹੜੇ ਉਲੰਘਣਾ ਜਿਹੜੇ ਆਪਣੇ ਮਾਸਟਰ ਜਿਹੜੇ ਉਹਨਾਂ ਦੇ ਮਾਸਟਰ ਸੀ ਅਪਰ ਕਾਸਟ ਜਿਹੜੇ ਆਪਣੇ ਸੀਗੇ ਲੋਕ ਸੀਗੇ ਜਾਂ ਕਾਸਟ ਹਿੰਦੂ ਸੀਗੇ, ਜੇ ਉਹਨਾਂ ਦੇ ਕਹੇ ਅਨੁਸਾਰ ਕੰਮ ਨਹੀਂ ਕਰਦੇ ਸੀਗੇ ਤਾਂ ਉਹਨਾਂ ਦੇ ਉੱਤੇ ਕਿੱਦਾਂ ਦੀਆਂ ਫਾਲਸ ਐਲੀਗੇਸ਼ਨਾਂ ਲਾਈਆਂ ਜਾਂਦੀਆਂ ਸੀਗੀਆਂ। ਕਹਿੰਦੇ ਉਹਨਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾ ਦਿੱਤਾ ਜਾਂਦਾ ਸੀ, ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਫਿਰ ਗੌਰਮੈਂਟ ਦੇ ਵੱਲੋਂ ਜਿਹੜੀਆਂ ਪ੍ਰੀਹਾ ਪਾਰਾਚੈਰੀ ਹੁੰਦੇ ਸੀਗਾ ਤੇ ਉਹਦੇ ਆਲੇ ਦੁਆਲੇ ਸਾਰਾ ਜਿਹੜਾ ਲੈਂਡ ਆ ਇਹ ਲੈ ਲੈਂਦੇ ਹੁੰਦੇ ਸੀਗੇ ਤੇ ਹਮੇਸ਼ਾ ਹੀ ਉਹਨਾਂ ਦੀਆਂ ਜਿਹੜੀਆਂ ਪ੍ਰੀਹਾ ਦੀਆਂ ਜਿਹੜੀਆਂ ਜਾਨਵਰ ਹੁੰਦੇ ਸੀ ਜੇ ਚਰਨ ਜਾਂਦੇ ਸੀ ਉਹਨਾਂ ਨੂੰ ਰੋਕਿਆ ਜਾਂਦਾ ਸੀ ਤੇ ਇਹ ਲੈਂਡ ਨੂੰ ਇਸ ਤਰੀਕੇ ਦੇ ਨਾਲ ਖਰੀਦ ਕੇ ਘੇਰਾਬੰਦੀ ਕਰ ਲਈ ਜਾਂਦੀ ਸੀ ਵੀ ਇਹ ਰਾਹ ਰੋਕਦੇ ਹੁੰਦੇ ਸੀ ਵੀ ਇਹ ਮੰਦਰਾਂ ਵੱਲੋਂ ਡਾਇਰੈਕਟ ਨਾ ਆਉਣ। ਤੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਇਹਨਾਂ ਨੇ ਗਵਰਨਮੈਂਟ ਨੂੰ ਕਿਹਾ ਵੀ ਜਿਹੜੇ ਪਾਰਾਚਾਰੀ ਹੈਗੇ ਆ ਇਹਨਾਂ ਨੂੰ ਮਰਾਸੀ ਨਾਮ ਦਿੱਤਾ ਜਾਵੇ। ਗਵਰਨਮੈਂਟ ਡਾਕੂਮੈਂਟਾਂ ਦੇ ਉੱਤੇ ਇਹ ਕੀ ਕਰਦੇ ਹੁੰਦੇ ਸੀ, ਜੇ ਉਹਨਾਂ ਦੀ ਉਲੰਘਣਾ ਕਰਦੇ ਹੁੰਦੇ ਸੀਗੇ ਫਿਰ ਉਹਨਾਂ ਦੇ ਜਿਹੜੇ ਘਰ ਹੁੰਦੇ ਸੀ ਉਹਨਾਂ ਨੂੰ ਲੂਹ ਦਿੱਤਾ ਜਾਂਦਾ ਸੀਗਾ, ਸਿੱਟ ਦਿੱਤਾ ਜਾਂਦਾ ਸੀਗਾ ਤੇ ਤਬਾਹ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਦੇ ਘਰਾਂ ਨੂੰ। ਤੇ ਫਿਰ ਉਹ ਦੱਸਦੇ ਹੈਗੇ ਆ ਕਿ ਜਦੋਂ ਜਿਹੜੇ ਇਹ ਪ੍ਰੀਹਾ ਹੁੰਦੇ ਸੀਗੇ ਇਹਨਾਂ ਦੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੁੰਦੀ, ਇਹਨਾਂ ਨੂੰ ਕੋਈ ਰੈਂਟ ਤੇ ਨਹੀਂ ਦਿੰਦਾ ਹੁੰਦਾ ਜਗ੍ਹਾ, ਤੇ ਉਹਨੂੰ ਹਮੇਸ਼ਾ ਹੀ ਇਹ ਡਿਨਾਈ ਕਰਦੇ ਵੀ ਇਹਨਾਂ ਨੂੰ ਅਸੀਂ ਘਰ ਵਗੈਰਾ ਨਹੀਂ ਦੇਣੇ ਹੈਗੇ। ਸੋ ਸਾਰੇ ਪਾਸਿਓਂ ਇਹਨਾਂ ਨੂੰ ਜਾਣੀ ਕਿ ਕੀਤਾ ਜਾਂਦਾ ਸੀਗਾ
ਬਾਈਕਾਟ ਇਹਨਾਂ ਦਾ ਕੀਤਾ ਜਾਂਦਾ ਸੀਗਾ। ਜੇ ਕੋਈ ਪ੍ਰੀਹਾ ਆਪਣੀ ਜ਼ਮੀਨ ਦੇ ਉੱਤੇ ਕੁਝ ਉਗਾਉਂਦਾ ਸੀਗਾ ਥੋੜਾ ਬਹੁਤਾ, ਜੇ ਕੋਈ ਅਪਰ ਕਾਸਟ ਜਿਹੜੇ ਹਿੰਦੂ ਸੀਗੇ ਉਹ ਮੱਲੋ ਮੱਲੀ ਕੱਟ ਲੈਂਦੇ ਸੀ, ਉਹਨਾਂ ਦੀ ਫਸਲ ਵਗੈਰਾ ਕੱਟ ਲੈਂਦੇ ਸੀ। ਜੇ ਤੁਸੀਂ ਉਹਦਾ ਵਿਰੋਧ ਕਰਦੇ ਸੀਗੇ ਤੇ ਇਹ ਉਹਨਾਂ ਨੂੰ ਜਿੱਦਾਂ ਕਹਿੰਦੇ ਸੀ ਤੁਹਾਨੂੰ ਅਸੀਂ ਝੂਠੇ ਮੁਕੱਦਮਿਆਂ 'ਚ ਫਸਾ ਦੇਣਾ ਆ, ਚੋਰੀ ਦੇ ਅਤੇ ਲੁੱਟ ਖੋਹ ਦੇ ਮੁਕੱਦਮਿਆਂ 'ਚ ਅਸੀਂ ਫਸਾਵਾਂਗੇ। ਸੋ ਇਦਾਂ ਇਹਨਾਂ ਦਾ ਮਤਲਬ ਕਿ ਸਮਾਜਿਕ ਤੌਰ ਦੇ ਉੱਤੇ ਬਹਿਸ਼ਕਾਰ ਜਿਹੜਾ ਕੀਤਾ ਜਾਂਦਾ ਸੀਗਾ। ਜਿੱਦਾਂ ਹੁਣ ਇੱਥੇ ਥੱਲੇ ਹੋਰ ਬਾਬਾ ਸਾਹਿਬ ਨੇ ਲਿਖਿਆ ਹੈਗਾ ਵੀ ਪਾਣੀ ਬੰਦ ਕਰ ਦਿੰਦੇ ਹੁੰਦੇ ਸੀ, ਖੇਤਾਂ ਨੂੰ ਨਹੀਂ ਦੇਣ ਦੇਣਾ, ਤੁਹਾਨੂੰ ਪਾਣੀ ਨਹੀਂ ਅਸੀਂ ਦੇਣ ਦੇਣਾ, ਸਾਡਾ ਤੁਸੀਂ ਕਹਿਣਾ ਨਹੀਂ ਮੰਨੋਗੇ। ਸੋ ਅੱਜ ਵੀ ਚੱਲਦਾ ਇਹ। ਸੋ ਇਦਾਂ ਦੀਆਂ ਬਾਬਾ ਸਾਹਿਬ ਕਹਿੰਦੇ ਵੀ ਇਹ ਗੱਲਾਂ ਬਾਤਾਂ ਹੈਗੀਆਂ, ਇਹ ਸਾਰੀਆਂ ਇਕਨੋਮਿਕ ਕੰਡੀਸ਼ਨਸ ਡਿਪਰੈਸਡ ਕਲਾਸ ਦੀਆਂ ਬਿਆਨ ਕਰਦਾ ਵੀ ਕਿੱਦਾਂ ਇਹਨਾਂ ਦੀ ਇਕਨੋਮਿਕਲੀ ਕਿੱਦਾਂ ਬੈਡ ਹੈਗੇ ਆ, ਵੀ ਜਦੋਂ ਇਦਾਂ ਦੇ ਵਾਤਾਵਰਣ ਦੇ ਵਿੱਚ ਇਹਨਾਂ ਨੇ ਰਹਿਣਾ ਹੈਗਾ ਆ ਤੇ ਉਹਨਾਂ ਦੀ ਸਿਚੁਏਸ਼ਨ ਨਹੀਂ ਠੀਕ ਹੋ ਸਕਦੀ ਹੈਗੀ। ਤੇ ਹੁਣ ਉਹ ਕਹਿੰਦੇ ਹੈਗੇ ਆ ਕਿ ਵੀ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਿਹਾ ਜਾ ਸਕਦਾ ਵੀ ਹਾਂਜੀ ਜੀ ਕ੍ਰਿਮੀਨਲ ਕੋਰਟ ਹੈਗੇ ਆ ਜੀ, ਇਹਨਾਂ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਆ ਜਾਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਮੁਸੀਬਤਾਂ ਹੈਗੀਆਂ ਆ ਉਹਨਾਂ ਦੀ ਸੁਣਵਾਈ ਦੇ ਲਈ ਕੋਰਟ ਹੈਗੇ। ਕਹਿੰਦੇ ਕਿ ਕੋਰਟ ਵੀ ਜਿਹੜੇ ਹੈਗੇ ਆ ਉਹ ਵੀ ਅਪਰ ਕਾਸਟ ਹਿੰਦੂਆਂ ਨਾਲ ਭਰੇ ਪਏ ਆ, ਉੱਥੇ ਵੀ ਜਾ ਕੇ ਇਹਨਾਂ ਨੂੰ ਉਹਨਾਂ ਦਾ ਮੁਕਾਬਲਾ ਕਰਨਾ ਪੈਂਦਾ ਆ, ਹਨਾ। ਸੋ ਇਹ ਬਾਬਾ ਸਾਹਿਬ ਇਹ ਦੱਸਦੇ ਵੀ ਇਹਦੀ ਸਾਨੂੰ ਸਪੈਸ਼ਲ ਸਾਡਾ ਜਿਹੜਾ ਇਹ ਡਿਪਾਰਟਮੈਂਟਲ ਕੇਅਰ ਆ ਵੀ ਇਸ ਚੀਜ਼ਾਂ ਨੂੰ ਮੱਦੇਨਜ਼ਰ ਰੱਖਣ ਦੇ ਲਈ, ਇਹਦੀ ਰੋਕਥਾਮ ਦੇ ਲਈ ਸਪੈਸ਼ਲ ਡਿਪਾਰਟਮੈਂਟ ਹੋਣੇ ਚਾਹੀਦੇ ਆ। ਕੰਡੀਸ਼ਨ ਨੰਬਰ 8 ਹੈਗਾ ਆ ਵੀ ਜਿਹੜੇ ਡਿਪਰੈਸਡ ਕਲਾਸ ਦੇ ਜਿਹੜੇ ਲੋਕ ਹੈਗੇ ਆ ਇਹਨਾਂ ਦੀ ਕੈਬਨਿਟ ਦੇ ਵਿੱਚ ਸਪੈਸ਼ਲ ਇਹਨਾਂ ਦੀ ਉੱਥੇ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ। ਭਾਵ ਕਿ ਜਿਹੜਾ ਕੈਬਨਿਟ ਹੈਗਾ ਆ ਉਹਦੇ ਵਿੱਚ ਵੀ ਇਹਨਾਂ ਦੀ ਪ੍ਰੋਪਰ ਹੋਣੀ ਚਾਹੀਦੀ ਆ ਤਾਂ ਕਿ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ, ਇਹ ਸਰਕਾਰ ਤੋਂ ਬਾਹਰ ਨਾ ਰਹਿਣ ਕਿਸੇ ਵੀ ਹਾਲਾਤਾਂ ਦੇ ਵਿੱਚ। ਤੇ ਇਹਦੇ ਵਿੱਚ ਦੱਸਦੇ ਹੈਗੇ ਆ ਕਿ ਵੀ ਮਤਲਬ ਕਿ ਵੀ ਮੈਂ ਇਹ ਪ੍ਰਪੋਜ਼ ਕੀਤਾ ਵੀ ਇੰਸਟਰੂਮੈਂਟ ਆਫ ਇੰਸਟਰਕਸ਼ਨ ਹੈਗਾ ਆ ਵੀ ਇਹ ਗਵਰਨਰ ਨੂੰ ਤੇ ਗਵਰਨਰ ਜਨਰਲ ਨੂੰ ਪਾਬੰਦ ਕਰਦਾ ਆ ਕਿ ਜਿਹੜੀ ਦਲਿਤਾਂ ਦੀ ਜਿਹੜੀ ਅਛੂਤਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਕੈਬਨਿਟ ਦੇ ਵਿੱਚ ਹੋਣੀ ਚਾਹੀਦੀ ਆ। ਸੋ ਇਹ ਸੀਗੀਆਂ ਬਾਬਾ ਸਾਹਿਬ ਦੀਆਂ ਮੰਗਾਂ ਮੋਟੀਆਂ ਜਿਹੜੀਆਂ ਮੈਂ ਦੱਸੀਆਂ। ਤੇ ਇਹਦਾ ਜਿਹੜਾ ਪਾਰਟ 2 ਹੈਗਾ ਆ ਇਹਦੇ ਵਿੱਚ ਦੱਸਿਆ ਗਿਆ ਹੈਗਾ ਆ ਕਿ ਕਹਿੰਦੇ ਵੀ ਜਿਹੜੀਆਂ ਉਹ ਅਛੂਤਾਂ ਦੀਆਂ ਮੰਗਾਂ ਸੀਗੀਆਂ ਉਹਨੂੰ ਕੀ ਹੋਇਆ, ਇਹ ਅੱਗੇ ਡਾਕਟਰ ਸਾਹਿਬ ਨੇ ਕਵਰ ਕਰਨਾ ਇਹਦਾ ਸੈਕਿੰਡ ਪਾਰਟ। ਵੀ ਜਿਹੜੀਆਂ ਅਛੂਤਾਂ ਨੇ ਜਿਹੜੀਆਂ ਇਹ ਮੰਗਾਂ ਰੱਖੀਆਂ ਜਿਹੜੀਆਂ ਬਾਬਾ ਸਾਹਿਬ ਨੇ ਮਿਨੋਰਟੀ ਕਮੇਟੀ 'ਚ ਰੱਖੀਆਂ ਹੈਗੀਆਂ ਆ ਤੇ ਉਹਦਾ ਕੀ ਬਣਿਆ ਕਹਿੰਦੇ ਫਿਰ, ਹਨਾ। ਕਹਿੰਦਾ ਥੋੜਾ ਜਿਹਾ ਹੋਰ ਇਹਨਾਂ ਨੂੰ ਥੋੜਾ ਬਾਬਾ ਸਾਹਿਬ ਅੱਗੇ ਜਾ ਕੇ ਲੈਬੋਰੇਟ ਕਰਦੇ ਆ ਵੀ ਉਹਦੇ ਵਿੱਚੋਂ ਜਿਹੜੀਆਂ ਰਿਪੋਰਟ ਜਿਹੜੀ ਆ ਮਿਨੋਰਟੀ ਕਮੇਟੀ ਨੇ ਬਣਾਈ, ਉਹਦੀ ਰਿਪੋਰਟ ਬਣਾਈ ਮੰਗਾਂ ਦੀ ਰਾਊਂਡ ਟੇਬਲ ਕਾਨਫਰੰਸ ਵਿੱਚ, ਉਹ ਕਹਿੰਦੇ ਰਿਪੋਰਟ ਮੈਂ ਉਹਦੇ ਵਿੱਚੋਂ ਐਕਸਟ੍ਰੈਕਟ ਥੱਲੇ ਦੇ ਰਿਹਾ ਹੈਗਾ ਆ। ਜਿਹੜੀ ਮਿਨੋਰਟੀ ਕਮੇਟੀ ਨੇ ਰਿਪੋਰਟ ਬਣਾਈ ਹੈ ਸਾਡੀਆਂ ਮੰਗਾਂ ਨੂੰ ਲੈ ਕੇ, ਉਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਵੀ ਇਹ ਦੱਸਿਆ ਗਿਆ ਹੈਗਾ ਕਿ ਵੀ ਜਿਹੜੀਆਂ ਸੀਟਾਂ ਰਿਜ਼ਰਵ ਰੱਖੀਆਂ ਜਾਣੀਆਂ ਮਿਨੋਰਟੀ ਕਮਿਊਨਿਟੀ ਲਈ। ਸੋ ਜਦੋਂ ਮੈਂ ਮਿਨੋਰਟੀ ਕਹਿ ਰਿਹਾ ਡਿਪਰੈਸਡ ਕਲਾਸ ਦੀ ਮੈਂ ਸਪੈਸ਼ਲੀ ਗੱਲ ਨਹੀਂ ਕਰ ਰਿਹਾ, ਇਹਦੇ ਵਿੱਚ ਸਾਰੀਆਂ ਆਉਣੀਆਂ, ਇਹਦੇ ਵਿੱਚ ਐਂਗਲੋ ਇੰਡੀਅਨਸ ਕ੍ਰਿਸਚੀਅਨਸ ਵੀ ਆਉਂਦੇ ਆ, ਐਂਗਲੋ ਇੰਡੀਅਨਸ ਵੀ ਆਉਂਦੇ ਆ, ਡਿਪਰੈਸਡ ਕਲਾਸਿਸ ਵੀ ਆਉਣੀਆਂ ਹੈਗੀਆਂ ਆ। ਤੇ ਉਹਨਾਂ ਦੀ ਗੱਲ ਕਰ ਰਹੇ ਆਪਾਂ ਇੱਥੇ ਵੀ ਜਿਹੜੀਆਂ ਮਿਨੋਰਟੀਜ਼ ਕਮਿਊਨਿਟੀ ਹੈਗੀਆਂ ਆ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਆ ਪੋਪੂਲੇਸ਼ਨ ਦੇ ਆਧਾਰ ਤੇ ਹੋਣੀ ਚਾਹੀਦੀ ਆ। ਤੇ ਜਿਹੜਾ ਮੈਥਡ ਹੈਗਾ ਆ, ਜਿਹੜੇ ਤਰੀਕੇ ਹੈਗੇ ਆ ਉਹ ਨੋਮੀਨੇਸ਼ਨ, ਇਲੈਕਟੋਰੇਟ ਤੇ ਸੈਪਰੇਟ ਇਲੈਕਟੋਰੇਟ ਹੋਣੇ ਚਾਹੀਦੇ ਆ। ਤੇ ਉਸ ਤੋਂ ਬਾਅਦ ਵੀ ਜਿਹੜਾ ਗਵਰਨਰ ਦੇ ਵੱਲੋਂ ਜਾਂ ਸਰਕਾਰੀ ਅਫਸਰਾਂ ਦੇ ਵੱਲੋਂ ਜਿਹੜਾ ਇਹ ਪਹਿਲਾਂ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਸੀਗੇ ਉਹਨੂੰ ਬੰਦ ਕੀਤਾ ਜਾਵੇ, ਸਾਡੇ ਲੋਕ ਚੁਣ ਕੇ ਭੇਜਣ ਉਹਨਾਂ ਨੂੰ, ਇਹ ਮੰਗ ਰੱਖੀ ਸੀਗੀ। ਤੇ ਕਹਿੰਦੇ ਜੁਆਇੰਟ ਇਲੈਕਟੋਰੇਟ ਜਿਹੜਾ ਹੈਗਾ ਆ ਉਹ ਰਿਜ਼ਰਵ ਸੀਟ ਦੇ ਨਾਲ ਹੋਣਾ ਚਾਹੀਦਾ ਆ। ਤੇ ਸੈਪਰੇਟ ਇਲੈਕਟੋਰੇਟ ਜਿਹੜਾ ਹੈਗਾ ਆ ਬਈ ਉਹ ਭਾਵੇਂ ਕਿ ਉਹ ਕਿਊਮੂਲੇਟਿਵ ਪ੍ਰੋਬਲਮ ਜਿਹੜੀਆਂ ਪਰ ਉਹਦੇ ਵਿੱਚ ਇਹ ਲਿਖਿਆ ਹੈਗਾ ਕਿ ਜਿਹੜੀ ਪ੍ਰੋਵੀਜ਼ਨ ਕੀਤੀ ਜਾਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਜਾਂ ਸੈਂਟਰ ਵਿੱਚ ਜਾਂ ਸਟੇਟ ਦੇ ਵਿੱਚ, ਜਿਹੜਾ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਉਹ ਪ੍ਰੋਪਰ ਐਡੀਕੇਟ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਇਹ ਵੀ ਕਿਹਾ ਗਿਆ ਹੈਗਾ ਆ ਕਿ ਵੀ ਕੁਝ ਸੀਟਾਂ ਜਿਹੜੀਆਂ ਆ ਜਿੱਦਾਂ 80 ਤੋਂ 90% ਜਿਹੜੀਆਂ ਆ ਉਹ ਸੀਟਾਂ ਜਿਹੜੀਆਂ ਆ ਉਹ ਆਵਾਮ ਲਈ ਰਿਜ਼ਰਵ ਰੱਖੀਆਂ ਜਾਣ ਤੇ ਬਾਕੀ ਓਪਨ ਰੱਖੀਆਂ ਜਾਣ। ਤੇ ਇਦਾਂ ਦੀਆਂ ਵੀ ਇਹਦੇ ਵਿੱਚ ਗੱਲਾਂ ਬਾਤਾਂ ਪੇਸ਼ ਕੀਤੀਆਂ ਹੈਗੀਆਂ। ਕਹਿੰਦੇ ਵੀ ਸਕੀਮ ਜਿਹੜੀ ਆ ਮੌਲਾਨਾ ਮੁਹੰਮਦ ਅਲੀ ਦੀ ਹੈਗੀ ਆ, ਉਹਦਾ ਇਹ ਕਹਿਣਾ ਸੀ ਸਬ ਕਮੇਟੀ ਨੂੰ ਵੀ ਜਿਹੜਾ ਕੋਈ ਵੀ ਕੈਂਡੀਡੇਟ ਹੈਗਾ ਆ ਉਹ ਇਲੈਕਟ ਨਹੀਂ ਹੋਣਾ ਚਾਹੀਦਾ ਜਦ ਤੱਕ ਉਹਦੇ ਕੋਲ 40% ਵੋਟਾਂ ਨਹੀਂ ਹੈਗੀਆਂ। ਫਿਰ ਉਸ ਤੋਂ ਬਾਅਦ ਇੱਕ ਇਹ ਵੀ ਗੱਲ ਰੱਖੀ ਗਈ ਔਰਤਾਂ ਦੇ ਬਾਰੇ ਵੀ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ, ਪਰ
ਬਈ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਔਰਤਾਂ ਆ ਉਹ ਵੀ ਬੰਦਿਆਂ ਦੇ ਬਰੋਬਰ ਸਰਕਾਰ ਦੀ ਹਿੱਸੇਦਾਰੀ ਦੇ ਵਿੱਚ ਆਉਣ, ਤਾਂ ਕਿ ਜਿਹੜੇ ਮਰਦ ਹੈਗੇ ਆ ਜਾਂ ਆਦਮੀ ਹੈਗੇ ਆ ਉਹ ਵੀ ਇਸ ਜ਼ਿੰਮੇਵਾਰੀ ਨੂੰ ਸਮਝਣ ਵੀ ਔਰਤਾਂ ਦੀ ਜ਼ਿੰਮੇਵਾਰੀ ਜਾਂ ਔਰਤਾਂ ਦੀ ਵੀ ਹਿੱਸੇਦਾਰੀ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਆ। ਇਸ ਕਰਕੇ ਲੈਜਿਸਲੇਚਰ ਵਿਧਾਨ ਸਭਾ ਦੇ ਵਿੱਚ 5% ਸੀਟਾਂ ਜਿਹੜੀਆਂ ਉਹਨਾਂ ਲਈ ਰਿਜ਼ਰਵ ਰੱਖੀਆਂ ਜਾਣ। ਤੇ ਅੱਗੇ ਜਿਹੜਾ ਪੁਆਇੰਟ ਆਉਂਦਾ ਹੈਗਾ ਆ ਉਹ ਇਹ ਆ ਕਿ ਸਪੈਸ਼ਲ ਮਿਨਿਸਟਰ ਜਿਹੜਾ ਆ ਹਰੇਕ ਕੈਬਨਿਟ ਦੇ ਵਿੱਚ ਹੋਣਾ ਚਾਹੀਦਾ ਆ, ਪ੍ਰੋਵਿੰਸ ਦੇ ਵਿੱਚ, ਫੈਡਰਲ ਦੇ ਵਿੱਚ ਵੀ ਸਪੈਸ਼ਲ ਮਿਨਿਸਟਰ ਹੋਣਾ ਚਾਹੀਦਾ। ਉਹਦਾ ਕੰਮ ਕੀ ਹੋਣਾ ਹੈਗਾ ਆ, ਜਿਹੜੀ ਪ੍ਰੋਟੈਕਸ਼ਨ ਦੇਣੀ ਹੈਗੀ ਆ ਉਸ ਸਟੇਟ ਦੀਆਂ ਮਿਨੋਰਿਟੀ ਨੂੰ, ਉਹਦੇ ਲਈ ਪ੍ਰਬੰਧ ਕੀਤੇ ਜਾਣ। ਫਿਰ ਇਹਦੇ ਵਿੱਚ ਦੱਸਿਆ ਗਿਆ ਸਰਕਾਰੀ ਸਭਾਵਾਂ ਦੇ ਵਿੱਚ ਫੇਅਰ ਐਂਡ ਐਡਿਕੁਏਟ ਰਿਪਰੈਜ਼ੈਂਟੇਸ਼ਨ, ਸਾਡੀਆਂ ਜਿਹੜੀ ਆ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਪਬਲਿਕ ਸਰਵਿਸਿਜ਼ ਦੇ ਵਿੱਚ ਉਹ ਹੋਣੀ ਚਾਹੀਦੀ ਹੈਗੀ ਆ। ਇਹ ਇੱਕ ਹੋਰ ਪੁਆਇੰਟ ਸੀਗਾ। ਫਿਰ ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਹੈਗੇ ਕਿ ਇੱਕ ਕਮੇਟੀ ਹੋਰ ਸੀਗੀ, ਉਹਨੂੰ ਕਹਿੰਦੇ ਫੈਡਰਲ ਸਟਰਕਚਰ ਕਮੇਟੀ। ਫੈਡਰਲ ਸਟਰਕਚਰ ਕਮੇਟੀ ਦਾ ਕੰਮ ਕੀ ਸੀਗਾ? ਉਹਦਾ ਕੰਮ ਇਹ ਸੀਗਾ ਕਿ ਉਹਨੇ ਇਹ ਦੇਖਣਾ ਸੀਗਾ ਕਿ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਢੰਗ ਤਰੀਕੇ ਕੰਮ ਕਰਨ ਦੇ ਕਿੱਦਾਂ ਦੇ ਹੋਣੇ ਚਾਹੀਦੇ ਆ। ਸੋ ਉਹ ਫੈਡਰਲ ਸਟਰਕਚਰ ਦੇ ਅੰਦਰ ਤਹਿਤ ਆਪਣੇ ਤੈਅ ਹੋਣਾ ਸੀਗਾ। ਬਾਬਾ ਸਾਹਿਬ ਨੇ ਉਹ ਵੀ ਅਟੈਂਡ ਕੀਤੀਆਂ ਸੀਗੀਆਂ, ਤਿੰਨੇ ਰਾਊਂਡ ਟੇਬਲ ਕਾਨਫਰੰਸਾਂ ਉਹਨਾਂ ਨੇ ਅਟੈਂਡ ਕੀਤੀਆਂ ਸੀਗੀਆਂ। ਤੇ ਬਾਬਾ ਸਾਹਿਬ ਉਹ ਦੱਸਦੇ ਹੈਗੇ ਕਿ ਉਹਦੇ ਵਿੱਚ ਜਿਹੜੀ ਅਸੀਂ ਬਹੁਮਤ ਦੇ ਨਾਲ ਜਿਹੜਾ ਮਤਾ ਇੱਕ ਪਾਸ ਕੀਤਾ ਸੀ ਉਹ ਇਹ ਸੀਗਾ ਕਿ ਵੀ ਸਪੈਸ਼ਲ ਪ੍ਰੋਵੀਜ਼ਨ ਕੀਤੇ ਜਾਣ ਇਦਾਂ ਦੇ ਵੀ ਸਾਡੇ ਜਿਹੜੇ ਨੁਮਾਇੰਦੇ ਆ ਬੋਥ ਚੈਂਬਰ, ਜਿਹੜਾ ਅਪਰ ਹਾਊਸ ਤੇ ਲੋਅਰ ਹਾਊਸ, ਖਾਸ ਕਰਕੇ ਜਿਹੜਾ ਲੋਅਰ ਚੈਂਬਰ ਆ ਉਹਦੇ ਵਿੱਚ ਸਾਡੇ ਨੁਮਾਇੰਦੇ ਜ਼ਰੂਰ ਹੋਣ। ਰਿਪਰੈਜ਼ੈਂਟੇਸ਼ਨ ਸਾਡੀ ਪੋਪੂਲੇਸ਼ਨ ਨੂੰ ਲੈ ਕੇ ਉਹਦੇ ਅਕੋਰਡਿੰਗਲੀ ਸਾਡੀ ਹੋਵੇ। ਤੇ ਉਹ ਸਪੈਸ਼ਲ ਇੰਟਰਸਟ ਜਿਹੜੀਆਂ ਕਮਿਊਨਿਟੀਜ਼ ਹੈਗੀਆਂ, ਕੌਣ ਹੈਗੀਆਂ ਆ ਜਿਨ੍ਹਾਂ ਦੀ ਨੁਮਾਇੰਦਗੀ ਮੰਗ ਰਹੇ ਹੈਗੇ ਆ, ਉਹ ਹੈਗੇ ਡਿਪਰੈਸਡ ਕਲਾਸਿਸ ਆ, ਇੰਡੀਅਨ ਕ੍ਰਿਸਚੀਅਨਸ ਆ, ਯੂਰੋਪੀਅਨਸ ਆ, ਐਂਗਲੋ ਇੰਡੀਅਨਸ ਆ, ਲੈਂਡਲੋਰਡ ਆ, ਕਮਰਸ ਆ ਤੇ ਲੇਬਰਸ ਆ। ਇਹਨਾਂ ਦੀ ਜਿਹੜੀ ਨੁਮਾਇੰਦਗੀ ਆ ਉਹ ਅਪਰ ਹਾਊਸ ਤੇ ਲੋਅਰ ਹਾਊਸ ਦੇ ਵਿੱਚ ਦੋਨਾਂ ਦੇ ਵਿੱਚ ਹੋਣੀ ਚਾਹੀਦੀ ਆ। ਸੋ ਇੰਨਾ ਹੀ ਮੇਰਾ ਪਾਰਟ ਸੀਗਾ ਡਾਕਟਰ ਸਾਹਿਬ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.